ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜੋ ਆਪਾਂ ਸੋਚਦੇ ਹਾਂ ਉਹ ਆਪਣਾ ਐਟੀਟਿਊਡ ਬਣ ਜਾਂਦਾ। ਮੰਨ ਲਓ ਕਿ ਆਪਾਂ ਬਹੁਤ ਜ਼ਿਆਦਾ ਸੈਡ ਚੀਜ਼ਾਂ ਸੋਚਦੇ ਹਾਂ ਹਨਾ, ਸਾਡਾ ਉਵੇਂ ਰਹਿਣ ਨੂੰ ਜੀ ਕਰਨ ਲੱਗ ਜਾਂਦਾ, ਸਾਡਾ ਉਵੇਂ ਦੀਆਂ ਚੀਜ਼ਾਂ ਸੁਣਨ ਨੂੰ ਦਿਲ ਕਰਨ ਲੱਗ ਜਾਂਦਾ ਹਨਾ। ਜਿੱਥੇ ਕੋਈ ਮਤਲਬ ਇਦਾਂ ਦਾ ਗਾਣਾ ਚੱਲ ਰਿਹਾ ਹੋਊਗਾ ਕਿ ਜਿਹਦੇ ਤੇ ਬੰਦੇ ਦਾ ਨੱਚਣ ਨੂੰ ਜੀ ਕਰੂਗਾ, ਮੇਰਾ ਉਹਦੇ ਮੁਕਾਬਲੇ ਕਿਸੇ ਹੋਰ ਤਰੀਕੇ ਦਾ ਗਾਣਾ ਸੁਣਨ ਨੂੰ ਜੀ ਕਰਦਾ ਨਾ। ਤਾਂ ਹੀ ਜ਼ਿਆਦਾ ਟ੍ਰੈਜਿਕ ਨਿਊਜ਼ ਤੇਰੇ ਕੋਲੇ ਹੁੰਦੀਆਂ ਨੇ। ਸਹੀ ਗੱਲ ਆ। ਜੇ ਤਾਂ ਤੁਸੀਂ ਇਹ ਸੋਚ ਕੇ ਸੁੱਤੇ ਹੋ ਵੀ ਮੇਰੀ ਲਾਈਫ ਠੀਕ ਨਹੀਂ ਆ, ਤਾਂ ਦੂਜੇ ਦਿਨ ਵੀ ਉੱਠ ਕੇ ਤੁਹਾਨੂੰ ਇਦਾਂ ਦੇ ਹੀ ਸਰਕਮਸਟੈਂਸਸ ਮਿਲਣਗੇ ਕਿ ਤੁਹਾਡੀ ਲਾਈਫ ਸੱਚੀ ਨਹੀਂ ਠੀਕ ਹੋਊਗੀ। ਤੇ ਪ੍ਰੋਬਲਮ ਨਾਲੋਂ ਸੋਲੂਸ਼ਨ ਤੇ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਸੱਚੀ ਸੋਲੂਸ਼ਨ ਮਿਲਦਾ ਆ, ਰੈਦਰ ਦੈਨ ਵੀ ਤੁਸੀਂ ਉਸੇ ਪ੍ਰੋਬਲਮ 'ਚ ਸਟਕ ਹੋਏ ਰਹੋ। ਲੋਕ ਵੱਡੇ ਵੱਡੇ ਕਾਰੋਬਾਰਾਂ ਦੇ ਘਾਟੇ ਬਰਦਾਸ਼ਤ ਕਰ ਲੈਂਦੇ ਆ, ਉਹ ਕਹਿਣਗੇ ਵੀ ਕੋਈ ਨਹੀਂ, ਖਾਣੀ ਤਾਂ ਰੋਟੀ ਹੋਈ ਆ ਹਨਾ। ਜਿਹਨੇ ਦਿੱਤਾ ਸੀ ਉਹਨੇ ਲੈ ਲਿਆ, ਤੇ ਜਿਹਨੇ ਲੈ ਲਿਆ ਉਹ ਦੁਬਾਰਾ ਵੀ ਦੇ ਦੂਗਾ। ਜੇ ਘਰੇ ਆਪਣੇ 5 ਰੁਪਏ ਗਵਾਚ ਜਾਣ, ਅਸੀਂ ਉਹ ਨਹੀਂ ਭੁੱਲਦੇ, ਉਹਦੀ ਬਜਾਏ ਚਾਹੇ ਸਾਨੂੰ 10 ਕਿਤੇ ਹੋਰ ਰੱਖੇ ਲੱਭ ਜਾਣ ਹਨਾ, ਅਸੀਂ ਕੀ ਕਹਿੰਦੇ ਯਾਰ ਮੇਰੇ ਉਹ ਗਵਾਚ ਗਏ। ਜ਼ਿੰਦਗੀ ਵੀ ਅਸੀਂ ਜਿਉਣ ਆਇਆ, ਇਹ ਸਾਨੂੰ ਦੁਬਾਰਾ ਨਹੀਂ ਮਿਲਣੀ। ਚਾਹੇ ਸਾਰਾ ਦਿਨ ਉਦਾਸ ਹੋ ਕੇ ਕੱਢ ਲਓ ਤੇ ਚਾਹੇ ਸਾਰਾ ਦਿਨ ਖੁਸ਼ੀ ਨਾਲ ਕੱਢ ਲਓ। ਕਈ ਲੋਕ ਆਪਣੇ ਐਟੀਟਿਊਡ ਦੇ ਕਰਕੇ, ਆਪਣੀ ਪੋਜ਼ਿਟਿਵਿਟੀ ਦੇ ਕਰਕੇ ਉਹਨਾਂ ਬਿਮਾਰੀਆਂ ਚੋਂ ਵੀ ਨਿਕਲੇ ਹੁੰਦੇ ਨੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਨੇ ਕਿ ਇਹਨਾਂ ਦਾ ਤਾਂ ਦੁਨੀਆ ਤੇ ਕੋਈ ਇਲਾਜ ਨਹੀਂ ਬਣਿਆ ਅੱਜ ਤੱਕ। ਕੋਈ ਮੁਸੀਬਤ ਜ਼ਿੰਦਗੀ 'ਚ ਨਾ ਆਵੇ, ਉਹ ਬਿਲਕੁਲ ਉਹ ਟ੍ਰੇਨ ਦੇ ਉਸ ਸਫ਼ਰ ਵਰਗੀ ਹੁੰਦੀ ਹੈ ਜਿਹਦੇ 'ਚ ਕੋਈ ਵੀ ਸਟੇਸ਼ਨ ਨਹੀਂ ਆਉਂਦਾ। ਤੁਹਾਡੇ ਸਾਹਮਣੇ ਕਿੰਨੀਆਂ ਐਗਜ਼ਾਮਪਲਸ ਨੇ ਕਿ ਉਹ ਲੋਕ ਨੇ ਜਿਨ੍ਹਾਂ ਨੇ ਜਮੇ ਜ਼ੀਰੋ ਤੋਂ, ਸਕ੍ਰੈਚ ਤੋਂ ਸ਼ੁਰੂ ਕੀਤਾ ਆ ਹਨਾ। ਕੀ ਸੀਗਾ ਉਹਨਾਂ ਨੂੰ? ਉਹਨਾਂ ਦਾ ਇੱਕ ਰਵੱਈਆ ਹੀ ਸੀਗਾ, ਸੋਚਣ ਦਾ ਐਟੀਟਿਊਡ ਸੀਗਾ, ਪੋਜ਼ਿਟਿਵਿਟੀ ਸੀਗੀ ਕਿ ਯਾਰ ਜੇ ਸੋਚਿਆ ਤਾਂ ਹੋ ਵੀ ਜਾਊਗਾ। ਜ਼ਿੰਦਗੀ 'ਚ ਕਿਸੇ ਕੋਲੇ ਬਹੁਤ ਜ਼ਿਆਦਾ ਸਾਧਨ ਹੋਣ ਦੇ ਬਾਵਜੂਦ ਵੀ ਉਹ ਜ਼ਿੰਦਗੀ 'ਚ ਕੁਝ ਨਹੀਂ ਬਣਦਾ ਹੈਗਾ। ਕਈਆਂ ਕੋਲੇ ਕੁਝ ਵੀ ਨਹੀਂ ਹੁੰਦਾ ਤੇ ਉਹ ਜ਼ਿੰਦਗੀ 'ਚ ਕਿੰਨੇ ਕਾਮਯਾਬ ਤੇ ਕਿੰਨੇ ਮਕਬੂਲ ਵੀ ਹੋ ਜਾਂਦੇ ਨੇ। ਕਈ ਲੋਕ ਆਪਣੀ ਤਕਲੀਫ ਨੂੰ ਇੰਜੋਏ ਕਰਨ ਲੱਗ ਜਾਂਦੇ ਨੇ ਤੇ ਰੱਬ ਤੁਹਾਨੂੰ ਉਵੇਂ ਦੀਆਂ ਚੀਜ਼ਾਂ ਤੁਹਾਨੂੰ ਤਕਲੀਫ ਹੀ ਦਿੰਦਾ ਆ ਵੀ ਇਹ ਇਹਦੇ 'ਚ ਹੀ ਖੁਸ਼ ਆ, ਵੀ ਇਹਦੇ 'ਚ ਖੁਸ਼ ਆ। ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਸਾਰੇ ਅੰਗ ਸਾਬਤ ਨੇਗੇ। ਆਪਾਂ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਮੈਂ ਮਾਊਂਟ ਐਵਰੈਸਟ ਸਰ ਕਰ ਲਵਾਂ। ਸਹੀ ਗੱਲ। ਪਰ ਉਹਨਾਂ ਕੋਲੇ ਲੱਤ ਵੀ ਨਹੀਂ ਸੀਗੀ ਤਾਂ ਵੀ ਉਹਨਾਂ ਨੇ ਸੋਚਿਆ ਕਿ ਮੈਂ ਮਾਊਂਟ ਐਵਰੈਸਟ ਤੇ ਚੜ੍ਹਨਾ। ਉਹਨਾਂ ਨੇ ਸੋਚਿਆ ਸੀਗਾ ਤੇ ਉਹਨਾਂ ਨੇ ਸੱਚੀ ਸਰ ਵੀ ਕੀਤਾ। ਅਸੀਂ ਕਈ ਵਾਰੀ ਰੱਬ ਨੂੰ ਵੀ ਗਾਲਾਂ ਕੱਢਦੇ ਆ ਇਹ ਗੱਲਾਂ ਸੋਚ ਕੇ, ਤੂੰ ਮੇਰੇ ਨਾਲ ਐਂ ਕਰਤਾ, ਤੂੰ ਮੇਰੇ ਨਾਲ ਐਂ ਕਰਤਾ। ਮੇਰੇ ਕਹਿਣ ਤੇ ਨਾ ਪਹਿਲਾਂ ਹੀ ਕਿ ਹੋ ਸਕਦਾ ਉਹ ਤਾਂ ਤੁਹਾਨੂੰ ਇੱਕ ਰੋਟੀ ਵੀ ਨਾ ਦਵੇ, ਤੁਸੀਂ ਕਿਹੜੀ ਉਹਦੀ ਲੱਤ ਭੰਨ ਲਓਗੇ ਜਾ ਕੇ ਹਨਾ। ਜੇ ਤੁਸੀਂ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਜਿਉਣਾ ਤਾਂ ਇਸ ਕਹਾਵਤ ਨੂੰ ਰਿਵਰਸ ਦੇਖੋ ਹਨਾ। ਆਪਣੇ ਤੋਂ ਘੱਟ ਵਾਲੇ ਵੱਲ ਦੇਖੋ ਕਿ ਉਹ ਮੇਰੇ ਤੋਂ ਘੱਟ ਚੀਜ਼ਾਂ 'ਚ ਗੁਜ਼ਾਰਾ ਕਰ ਰਿਹਾ, ਤਾਂ ਸ਼ੁਕਰਾਨਾ ਕਿ ਮੇਰੇ ਕੋਲੇ ਇੰਨੀਆਂ ਚੀਜ਼ਾਂ ਤਾਂ ਹੈਗੀਆਂ ਨੇ ਹਨਾ ਇਸ ਟਾਈਮ, ਜਿਹੜੀਆਂ ਬਹੁਤ ਸਾਰੇ ਲੋਕਾਂ ਕੋਲੇ ਦੁਨੀਆ ਤੇ ਨਹੀਂ ਵੀ ਹੈਗੀਆਂ ਹਨਾ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਤੁਸੀਂ ਦੇਖ ਰਹੇ ਹੋ ਅਤੇ ਇਸ ਐਪੀਸੋਡ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਜ਼ਿੰਦਗੀ ਬਣ ਜਾਂਦਾ ਹੈ। ਭਾਵੇਂ ਤੁਸੀਂ ਨੈਗੇਟਿਵ ਸੋਚ ਲਓ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਨੈਗੇਟਿਵ ਹਾਲਾਤ ਹੀ ਮਿਲਦੇ ਰਹਿਣਗੇ। ਜੇ ਤੁਸੀਂ ਪੋਜ਼ਿਟਿਵ ਸੋਚਦੇ ਹੋ ਤਾਂ ਤੁਹਾਨੂੰ ਕਿਵੇਂ ਜ਼ਿੰਦਗੀ ਪੋਜ਼ਿਟਿਵ ਹਾਲਾਤਾਂ ਦੇ ਨਾਲ ਮਿਲਦੀ ਆ। ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਭੈਣ ਰੁਪਿੰਦਰ ਸੰਧੂ ਹੋਣਗੇ ਅਤੇ ਉਹਨਾਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ। ਕਿਵੇਂ ਹੋ? ਵਧੀਆ, ਠੀਕ ਠਾਕ। ਠੀਕ ਠਾਕ ਹੋ? ਆ ਤਾਂ ਬਰਾਊਨੀ ਪੂਰੇ ਜਿਹੇ ਬਣੇ ਬੈਠੇ ਹੋ ਨਾ। ਮੈਂ ਪਹਿਲਾਂ ਬਰਾਊਨ ਕਹਿਣ ਲੱਗੀ ਸੀ, ਫਿਰ ਮਨਜੀਤ ਭਾਜੀ ਦੀ ਗਏ ਮੈਨੂੰ ਇੱਧਰ ਬੈਠੇ। ਸੋ ਅੱਜ ਦੇ ਵੀ ਸਾਡੇ ਜਿਹੜੇ ਗੱਲ ਤੇ ਗੱਲ ਦੇ ਆਊਟਫਿਟ ਸਪਾਂਸਰ ਕੀਤੇ ਨੇ ਉਹ ਪਟਿਆਲਾ ਤੋਂ ਅਪਸਰਾ ਫੈਬਰਿਕਸ ਵਾਲਿਆਂ ਨੇ ਅਤੇ ਲੀੜੇ ਲੱਤੇ ਬਾਈ ਮਨਦੀਪ ਸੰਧੂ ਹੋਰਾਂ ਨੇ ਕੀਤੇ ਨੇ। ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਅਤੇ ਇਹਨਾਂ ਦੇ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਵੀ ਦਿਸ ਜਾਣਗੇ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਭੈਣੇ, ਤੁਸੀਂ ਮੰਨਦੇ ਹੋ ਇਹ ਚੀਜ਼ ਕਿ ਜਿਵੇਂ ਦਾ ਤੁਸੀਂ ਸੋਚਦੇ ਹੋ ਉਵੇਂ ਦੀ ਹੀ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ, ਜਾਂ ਜੋ ਤੁਸੀਂ ਆਪਣੇ ਦਿਮਾਗ ਨੂੰ ਕਮਾਂਡ ਦਿੰਦੇ ਹੋ ਤਾਂ ਉਹੋ ਜਿਹੇ ਹਾਲਾਤ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਤਲਬ ਤੁਹਾਡੇ ਸਾਹਮਣੇ ਆ ਜਾਂਦੇ ਨੇਗੇ। ਮੈਂ ਨਾ ਕੁਛ ਟਾਈਮ ਪਹਿਲਾਂ ਇੱਕ ਵੀਡੀਓ ਦੇਖੀ ਸੀ, ਇੱਕ ਪੰਜਾਬੀ ਮੁੰਡੇ ਨੇ ਬਣਾਈ ਹੋਈ ਸੀ। ਕੋਈ ਇੰਗਲਿਸ਼ ਦੀ ਬੜੀ ਮਸ਼ਹੂਰ ਬੁੱਕ ਆ ਜਿਹੜੀ ਕਿ ਇਸ ਚੀਜ਼ ਤੇ ਹੀ ਆ ਵੀ ਲਾ ਆਫ ਅਟਰੈਕਸ਼ਨ ਕੀ ਹੁੰਦਾ ਹਨਾ। The Secret। ਹਾਂ ਸ਼ਾਇਦ, ਮਤਲਬ ਮੈਨੂੰ ਨਾਂ ਨਹੀਂ ਯਾਦ, ਪਰ ਉਹਦੇ 'ਚ ਵੀ ਇਹੀ ਸੀਗਾ ਕਿ ਆਪਾਂ ਮਤਲਬ ਮੈਂ ਤਾਂ ਇਹ ਚੀਜ਼ ਮੰਨਦੀ ਹੁੰਦੀ ਹਾਂ ਕਿ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਥਿਊਰੀ ਆ ਜਿਹੜੀ ਉਹ ਸਹੀ ਹੀ ਹੋਵੇ ਨਾ। ਤੇ ਉਹਦੇ 'ਚ ਸੀਗਾ ਕਿ ਜੋ ਚੀਜ਼ਾਂ ਤੁਸੀਂ ਸੋਚਦੇ ਹੋ ਇੱਕ ਤਰ੍ਹਾਂ ਨਾਲ ਤੁਸੀਂ ਉਹਨਾਂ ਨੂੰ ਆਪਣੇ ਅੰਦਰੋਂ ਉਸ ਥਾਟ ਨੂੰ ਰਿਲੀਜ਼ ਕਰ ਰਹੇ ਹੋ ਨਾ।
ਤੇ ਉਹ ਕਹਿੰਦੇ ਵੀ 3-4 ਸਾਲ ਚ ਤੁਹਾਡੇ ਤੱਕ ਵਾਪਸ ਟਰੈਵਲ ਕਰਦਾ, ਮਤਲਬ ਤੁਹਾਡੇ ਤੱਕ ਮੁੜ ਕੇ ਆਉਂਦਾ। ਤੇ ਉਹ ਮੁੜ ਕੇ ਕੀ ਆਉਂਦਾ ਕਿ ਜੋ ਤੁਸੀਂ ਸੋਚ ਰਹੇ ਹੋ ਉਹ ਤੁਹਾਡੇ ਨਾਲ 3-4 ਸਾਲ ਤੱਕ ਉਹ ਚੀਜ਼ਾਂ ਵਾਪਰਦੀਆਂ ਨੇ। ਮੈਨੂੰ ਬਹੁਤਾ ਜ਼ਿਆਦਾ ਇਸ ਚੀਜ਼ ਬਾਰੇ ਮਤਲਬ ਮੈਂ ਸ਼ੋਰ ਨਹੀਂ ਕਹੂੰਗੀ, ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜੋ ਆਪਾਂ ਸੋਚਦੇ ਹਾਂ ਉਹ ਆਪਣਾ ਐਟੀਟਿਊਡ ਬਣ ਜਾਂਦਾ। ਮੰਨ ਲਓ ਕਿ ਆਪਾਂ ਬਹੁਤ ਜ਼ਿਆਦਾ ਸੈਡ ਚੀਜ਼ਾਂ ਸੋਚਦੇ ਹਾਂ, ਹਨਾ, ਸਾਡਾ ਉਵੇਂ ਰਹਿਣ ਨੂੰ ਜੀ ਕਰਨ ਲੱਗ ਜਾਂਦਾ, ਸਾਡਾ ਉਵੇਂ ਦੀਆਂ ਚੀਜ਼ਾਂ ਸੁਣਨ ਨੂੰ ਦਿਲ ਕਰਨ ਲੱਗ ਜਾਂਦਾ, ਹਨਾ, ਤੇ ਉਵੇਂ ਦੀਆਂ ਚੀਜ਼ਾਂ ਸਾਨੂੰ ਅਟਰੈਕਟ ਕਰਨ ਲੱਗ ਜਾਂਦੀਆਂ ਨੇ। ਜਿਵੇਂ ਮੈਂ ਬਹੁਤ ਜ਼ਿਆਦਾ ਉਦਾਸ ਗੀਤ ਸੁਣਦੀ ਹਾਂ, ਤੇ ਉਦਾਸ ਹੀ ਨੇ ਜਿਹੜੇ, ਮੈਨੂੰ ਪਾਕਿਸਤਾਨੀ ਡਰਾਮਾ ਬਹੁਤ ਪਸੰਦ ਆ ਤੇ ਮੈਂ ਉਹਨਾਂ ਨੂੰ ਦੇਖਦੀ ਹਾਂ ਬਹੁਤ ਜ਼ਿਆਦਾ, ਹਨਾ। ਜਿੱਥੇ ਕੋਈ ਮਤਲਬ ਏਦਾਂ ਦਾ ਗਾਣਾ ਚੱਲ ਰਿਹਾ ਹੋਊਗਾ ਕਿ ਜਿਹਦੇ ਤੇ ਬੰਦੇ ਦਾ ਨੱਚਣ ਨੂੰ ਜੀ ਕਰੂਗਾ, ਮੇਰਾ ਉਹਦੇ ਮੁਕਾਬਲੇ ਕਿਸੇ ਹੋਰ ਤਰੀਕੇ ਦਾ ਗਾਣਾ ਸੁਣਨ ਨੂੰ ਜੀ ਕਰਦਾ, ਹਨਾ। ਆਪਣੀ ਰਹਿਣੀ ਬਹਿਣੀ ਉਦਾਂ ਦੀ ਹੋ ਜਾਂਦੀ ਆ, ਜਿੱਦਾਂ ਤੁਸੀਂ ਮੈਨੂੰ ਲੱਗਦਾ ਰਹਿਣ ਲੱਗ ਜਾਂਦੇ ਹੋ, ਤੁਸੀਂ ਸੋਚਦੇ ਵੀ ਉਦਾਂ ਹੀ ਹੋ, ਫਿਰ ਤੁਸੀਂ ਆਲੇ ਦੁਆਲੇ ਉਹਨਾਂ ਚੀਜ਼ਾਂ ਨੂੰ ਅਟਰੈਕਟ ਕਰਨ ਲੱਗ ਤਾਂ ਹੀ ਜਾਂਦੇ ਹੋ। ਜ਼ਿਆਦਾ ਟ੍ਰੈਜਿਕ ਨਿਊਜ਼ ਤੇਰੇ ਕੋਲੇ ਹੁੰਦੀਆਂ। ਮੇਰੇ ਕੋਲ ਹੁੰਦੀਆਂ ਨੇ, ਸਹੀ ਗੱਲ ਆ। ਤੇ ਪਰ ਇੰਨਾ ਕੁ ਹੈ ਕਿ ਕਈ ਵਾਰੀ ਨਾ ਕਈ ਬਹੁਤ ਜ਼ਿਆਦਾ ਕ੍ਰੀਏਟਿਵ ਲੋਕ ਨੇ ਜਿਹੜੇ, ਉਹਨਾਂ ਨੂੰ ਵੀ ਉਦਾਸ ਚੀਜ਼ਾਂ ਅਟਰੈਕਟ ਕਰਦੀਆਂ ਨੇ। ਪਰ ਜੇ ਤੁਹਾਡੇ ਕੋਲੇ ਜ਼ਿੰਦਗੀ 'ਚ ਚੜ੍ਹਦੀ ਕਲਾ ਵਾਲਾ ਐਟੀਟਿਊਡ ਆ ਕਿ ਹਾਂ, ਮੈਂ ਜਿਹੜੀ ਵੀ ਮੇਰੇ ਤੇ ਮੁਸੀਬਤ ਆਈ ਜਾਂ ਜੋ ਵੀ ਮੇਰੀ ਜ਼ਿੰਦਗੀ 'ਚ ਵਾਪਰਦਾ, ਮੈਂ ਉਹਨੂੰ ਥੋੜ੍ਹੀ ਜਿਹੀ ਦਲੇਰੀ ਨਾਲ ਝੱਲ ਲਾਂ, ਹਨਾ, ਫਿਰ ਮੈਨੂੰ ਲੱਗਦਾ ਕਿ ਉਹ ਅਸਲ 'ਚ ਚੀਜ਼ਾਂ ਨੂੰ ਅਟਰੈਕਟ ਕਰਨਾ ਨਹੀਂ ਹੁੰਦਾ। ਅਸਲ 'ਚ ਤੁਹਾਡੇ ਨਾਲ ਜਿੰਨਾ ਕੁਛ ਵੀ ਵਾਪਰ ਰਿਹਾ ਹੁੰਦਾ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ, ਉਵੇਂ ਦੀਆਂ ਚੀਜ਼ਾਂ ਤੁਹਾਡੇ ਨਾਲ ਵਾਪਰਦੀਆਂ ਨੇ। ਮੰਨ ਲਓ ਕਿ ਕਿਸੇ ਦੇ ਸੱਟ ਲੱਗਦੀ ਆ, ਕਿਸੇ ਲਈ ਤਾਂ ਉਹ ਬਹੁਤ ਹੀ ਵੱਡੀ ਚੀਜ਼ ਆ ਵੀ ਹਾਏ ਮੇਰੇ ਨਾਲ ਕੀ ਹੋ ਗਿਆ, ਹਨਾ। ਕਿਸੇ ਲਈ ਹੁੰਦਾ ਵੀ ਦੁਨੀਆ ਤੋਂ ਵੱਖਰਾ ਥੋੜ੍ਹੀ ਹੋਇਆ, ਵੀ ਉਹੀ ਕੁਛ ਵਾਪਰਿਆ ਜਿਹੜਾ ਦੁਨੀਆ ਨਾਲ ਹੀ ਹੁੰਦਾ। ਤੇ ਉਸੇ ਹਿਸਾਬ ਨਾਲ ਜਿਵੇਂ ਤੁਸੀਂ ਚੀਜ਼ ਨੂੰ ਹੈਂਡਲ ਕਰਦੇ ਹੋ, ਤੁਹਾਨੂੰ ਉਹ ਓਨੀ ਛੋਟੀ ਜਾਂ ਵੱਡੀ ਲੱਗਦੀ ਆ, ਬਸ ਇਹ ਚੀਜ਼ ਹੁੰਦੀ ਆ। ਇੱਕ ਨਾ ਆਪਣੇ ਘਰਾਂ 'ਚ ਆਮ ਹੀ ਕਹਿ ਦਿੰਦੇ ਹੁੰਦੇ ਸੀਗੇ ਵੀ ਲੈ ਪਹਿਲਾਂ ਹੀ ਨੰਨਾ ਪਾਤਾ ਇਹਨੇ, ਹਾਂ। ਮਤਲਬ ਤੁਹਾਡਾ ਸੋਚਣਾ ਕਿੰਨਾ ਜ਼ਿਆਦਾ ਮਾਇਨੇ ਰੱਖਦਾ ਆ, ਹਨਾ। ਜੇ ਆਪਾਂ ਕੋਈ ਘਰ 'ਚ ਕੋਈ ਕੰਮ ਕਰਨ ਲੱਗੇ ਜਾਂ ਕਿਤੇ ਕੋਈ ਤੁਰਨ ਲੱਗੇ, ਹਨਾ, ਜੇ ਕਿਸੇ ਨੇ ਮਤਲਬ ਨੈਗੇਟਿਵ ਜਿਹਾ ਰਿਸਪੌਂਸ ਦਿੱਤਾ, ਤਾਂ ਆਪਾਂ ਅਕਸਰ ਜਾਂ ਆਪਣੇ ਘਰ ਦੇ ਅਕਸਰ ਹੀ ਕਹਿ ਦਿੰਦੇ ਹੁੰਦੇ ਸੀ ਪਹਿਲਾਂ ਹੀ ਨੰਨਾ ਪਾਤਾ, ਹੁਣ ਕੀ ਸਵਾਹ ਕੰਮ ਹੋਣਾ ਤੁਹਾਡਾ, ਹਨਾ। ਸੋ ਤੁਸੀਂ ਕੀ ਸੋਚਦੇ ਹੋ, ਕੀ ਬੋਲਦੇ ਹੋ, ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ। ਇਸੇ ਕਰਕੇ ਕਹਿੰਦੇ ਨੇ ਕਿ ਤੁਹਾਨੂੰ ਸੋਚਣਾ ਵੀ ਬਹੁਤ ਸੋਚ ਕੇ ਚਾਹੀਦਾ, ਹਨਾ। ਬਿਲਕੁਲ। ਇਹ ਨਹੀਂ ਵੀ ਹਾਂ ਤੁਸੀਂ ਪਹਿਲਾਂ ਸੋਚੋ ਮੈਂ ਕੀ ਸੋਚਣਾ, ਹਨਾ, ਪਰ ਤੁਸੀਂ ਲਾਈਫ 'ਚ ਆਪਣਾ ਐਟੀਟਿਊਡ, ਰਵੱਈਆ ਕਿੱਦਾਂ ਦਾ ਰੱਖਣਾ ਆ, ਇਹ ਬਹੁਤ ਮਾਇਨੇ ਰੱਖਦਾ ਆ। ਜਿਵੇਂ ਮੈਂ ਇੱਕ ਵੀਡੀਓ ਜੀ ਦੇਖ ਰਹੀ, ਜਿਵੇਂ ਇਹ ਪ੍ਰੋਗਰਾਮ ਆਪਾਂ ਕਰਨਾ ਸੀ ਤਾਂ ਮੈਂ ਕੁਝ ਚੀਜ਼ਾਂ ਸਰਚ ਕਰ ਰਹੀ ਸੀ, ਪੜ੍ਹ ਰਹੀ ਸੀਗੀ। ਉਹ ਕਹਿੰਦੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੀ ਸੋਚ ਕੇ ਸੌਂਦੇ ਹੋ ਨਾ, ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ ਆ। ਜੇ ਤੁਸੀਂ ਰਾਤ ਨੂੰ ਇਹੀ ਚੀਜ਼ਾਂ ਸੋਚ ਕੇ ਸੌਂਦੇ ਹੋ, ਮੇਰੇ ਕੋਲੇ ਆ ਨਹੀਂ ਹੈ, ਮੇਰੀ ਲਾਈਫ ਇਨਕੰਪਲੀਟ ਆ, ਮੇਰੀ ਲਾਈਫ 'ਚ ਇੰਨੀਆਂ ਜ਼ਿਆਦਾ ਮੁਸ਼ਕਿਲਾਂ ਨੇ, ਮੇਰੀ ਲਾਈਫ ਇੰਨੀ ਜ਼ਿਆਦਾ ਸਟਰਗਲਿੰਗ ਆ, ਫਿਰ ਉਹ ਕਹਿੰਦੇ ਕਿ ਉਹਨਾਂ ਨੇ ਸਾਇੰਸ ਲੈਂਗੁਏਜ 'ਚ ਸਮਝਾਇਆ ਕਿ ਤੁਹਾਡਾ ਜਿਹੜਾ ਕੌਨਸ਼ੀਅਸ ਮਾਈਂਡ ਆ ਉਹ ਤਾਂ ਸੌਂ ਜਾਂਦਾ ਆ ਸੌਣ ਤੋਂ ਬਾਅਦ, ਪਰ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਨਾ, ਸੌਣ ਤੋਂ ਬਾਅਦ ਵੀ ਜਾਗਦਾ ਰਹਿੰਦਾ। ਤੇ ਜੋ ਤੁਸੀਂ ਥਾਟ ਸੋਚੇ ਹੋਏ ਨੇ ਤਾਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਇੱਕ ਕਮਾਂਡ ਦੇ ਰਹੇ ਨੇ ਉਹ। ਬਿਲਕੁਲ। ਤਾਂ ਤੁਹਾਡਾ ਸਬਕੌਨਸ਼ੀਅਸ ਮਾਈਂਡ ਤੁਹਾਡੇ ਲਈ ਇਦਾਂ ਦੇ ਹਾਲਾਤ ਤਿਆਰ ਕਰਨ ਲੱਗ ਜਾਂਦਾ ਵਾ ਜਿੱਦਾਂ ਦਾ ਤੁਸੀਂ ਸੋਚ ਕੇ ਸੁੱਤੇ ਹੋ। ਜੇ ਤਾਂ ਤੁਸੀਂ ਇਹ ਸੋਚ ਕੇ ਸੁੱਤੇ ਹੋ ਵੀ ਮੇਰੀ ਲਾਈਫ ਠੀਕ ਨਹੀਂ ਆ, ਤਾਂ ਦੂਜੇ ਦਿਨ ਵੀ ਉੱਠ ਕੇ ਤੁਹਾਨੂੰ ਇਦਾਂ ਦੇ ਹੀ ਸਰਕਮਸਟੈਂਸਸ ਮਿਲਣਗੇ ਕਿ ਤੁਹਾਡੀ ਲਾਈਫ ਸੱਚੀ ਨਹੀਂ ਠੀਕ ਹੋਊਗੀ, ਹਨਾ। ਉਹ ਕਹਿੰਦੇ ਬਾਵਜੂਦ ਇਸ ਦੇ ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਕਿੰਨੀ ਤੰਦਰੁਸਤ ਹਾਂ, ਮੇਰਾ ਅੱਜ ਦਾ ਦਿਨ ਬਹੁਤ ਵਧੀਆ ਸੀਗਾ, ਮੈਨੂੰ ਅੱਜ ਖਾਣ ਨੂੰ ਬਹੁਤ ਵਧੀਆ ਮਿਲਿਆ, ਮੈਂ 3 ਟਾਈਮ ਰੱਜ ਕੇ ਖਾਣਾ ਖਾਧਾ, ਮੈਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ, ਜਾਂ ਮੈਂ ਕਿੰਨਾ ਖੁਸ਼ਕਿਸਮਤ ਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਗੱਲ ਕਰ ਸਕਿਆ, ਜਾਂ ਮੇਰੇ ਕੋਲੇ ਇੰਨੀ ਚੰਗੀ ਨੌਕਰੀ ਆ, ਜਾਂ ਮੇਰੇ ਕੋਲੇ ਕਮਾਈ ਦੇ ਵਸੀਲੇ ਹੈਗੇ ਨੇ, ਮੇਰੇ ਸਿਰ ਤੇ ਛੱਤ ਆ, ਮਤਲਬ ਕਿ ਆਪਣੀਆਂ ਤੁਸੀਂ ਬਲੈਸਿੰਗਸ ਕਾਊਂਟ ਕਰਕੇ ਸੁੱਤੇ ਹੋ। ਤਾਂ ਉਹ ਕਹਿੰਦੇ ਫਿਰ ਤੁਹਾਡਾ ਸਬਕੌਨਸ਼ੀਅਸ ਮਾਈਂਡ ਤੁਹਾਡੇ ਲਈ ਉਵੇਂ ਦੇ ਹਾਲਾਤ ਬਣਾਉਣ ਲੱਗ ਜਾਂਦਾ ਕਿ ਤੁਹਾਨੂੰ ਅਗਲੇ ਦਿਨ ਵੀ ਉੱਠ ਕੇ ਹਰ ਇੱਕ ਚੀਜ਼ ਪੋਜ਼ਿਟਿਵ ਹੀ ਮਿਲੂਗੀ, ਹਨਾ। ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਨਾ ਤਾਂ ਆਪਾਂ ਸਾਈਕੋਲੋਜੀ ਦੇ ਸਟੂਡੈਂਟ ਆ, ਨਾ ਆਪਾਂ ਸਾਇੰਸ ਦੇ ਸਟੂਡੈਂਟ ਆ, ਹਨਾ, ਪਰ ਫਿਰ ਵੀ ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਆਪਣੀ ਜ਼ਿੰਦਗੀ ਦਾ ਹੀ, ਹਨਾ, ਕਈ ਵਾਰੀ ਘਰੇ ਬਹੁਤ ਵੱਡੀ ਕੋਈ ਵਾਰ ਸਿਚੁਏਸ਼ਨ ਹੋ ਜਾਂਦੀ ਹੈ, ਹਨਾ, ਜੇ ਤੁਸੀਂ ਸੋਚੋ ਵੀ ਕੋਈ ਗੱਲ ਨਹੀਂ ਯਾਰ, ਇਹ ਵੀ ਦਿਨ ਨਿਕਲ ਹੀ ਜਾਣਾ ਹੈ, ਹਨਾ, ਯਾਰ ਇਹ ਸਦਾ ਤਾਂ ਨਹੀਂ ਰਹਿਣ ਲੱਗੀ, ਯਾਰ ਕੋਈ ਤਾਂ ਹੱਲ ਹੋਊਗਾ, ਹਨਾ। ਜਦੋਂ ਤੁਸੀਂ ਸੋਚਦੇ ਹੋ ਵੀ ਇਸ ਪ੍ਰੋਬਲਮ ਦਾ ਕੋਈ ਤਾਂ ਹੱਲ ਹੋਊਗਾ, ਤਾਂ ਵਾਕਈ ਤੁਹਾਨੂੰ ਹੱਲ ਮਿਲ ਜਾਂਦਾ ਆ, ਸਹੀ ਗੱਲ, ਹਨਾ। ਜਿਵੇਂ ਕਹਿੰਦੇ ਹੁੰਦੇ ਨੇ ਕਿ ਜੇ ਪ੍ਰੋਬਲਮ ਨਾਲੋਂ ਸੋਲੂਸ਼ਨ ਤੇ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਸੱਚੀ ਸੋਲੂਸ਼ਨ ਮਿਲਦਾ ਆ, ਰੈਦਰ ਦੈਨ ਵੀ ਤੁਸੀਂ ਉਸੇ ਪ੍ਰੋਬਲਮ 'ਚ ਸਟਕ ਹੋਏ ਰਹੋ, ਹਨਾ। ਸੋ ਇਹ ਬਹੁਤ ਜ਼ਰੂਰੀ ਆ
ਕਿ ਤੁਸੀਂ ਸੋਚ ਕੀ ਰਹੇ ਹੋ, ਤੁਹਾਡਾ ਰਵੱਈਆ ਕਿੱਦਾਂ ਦਾ ਆ। ਕਈ ਮੈਂ ਲੋਕੀ ਦੇਖੇ ਨੇਗੇ ਕਿ ਕਈ ਵਾਰ ਆਪਾਂ ਵੀ ਇਦਾਂ ਹੋ ਜਾਂਦੇ ਆ ਵੀ ਹਰ ਇੱਕ ਚੀਜ਼ 'ਚ ਨੈਗੇਟਿਵਿਟੀ ਦੇਖਦੇ ਆ, ਹਰ ਇੱਕ ਚੀਜ਼ 'ਚ ਕਿੰਤੂ ਪਰੰਤੂ, ਹਰ ਇੱਕ ਚੀਜ਼ 'ਚ ਆਪਾਂ ਡਿਸਸੈਟਿਸਫੈਕਸ਼ਨ ਆਪਣੀ ਹੁੰਦੀ ਆ ਨਾ। ਤੇ ਉਦੋਂ ਸੱਚੀ ਤੁਹਾਨੂੰ ਇਹੀ ਲੱਗਣ ਲੱਗ ਜਾਂਦਾ ਕਿ ਮੇਰੀ ਜ਼ਿੰਦਗੀ ਬਹੁਤ ਖਰਾਬ ਆ, ਮੇਰੀ ਜ਼ਿੰਦਗੀ 'ਚ ਕੁਝ ਵੀ ਵਧੀਆ ਨਹੀਂ ਆ, ਤੇ ਤੁਹਾਨੂੰ ਹਾਲਾਤ ਵੀ ਉਦਾਂ ਦੇ ਮਿਲਣਗੇ। ਆਪਾਂ ਕਈ ਵਾਰੀ ਇੱਥੋਂ ਜੌਬ ਤੋਂ ਕਈ ਵਾਰੀ ਤੁਸੀਂ ਕਿਸੇ ਗੱਲ ਤੋਂ ਅਪਸੈਟ ਹੁੰਦੇ ਹੋ, ਤੁਸੀਂ ਘਰੇ ਜਾਣਾ ਹੁੰਦਾ ਤਾਂ ਤੁਹਾਨੂੰ ਨਾ ਤੁਹਾਡਾ ਨਾ ਘਰ ਤੱਕ ਦਾ ਸਫ਼ਰ ਵੀ ਉਵੇਂ ਦਾ ਹੀ ਹੁੰਦਾ, ਅਪਸੈਟ ਵਾਲਾ। ਕਈ ਵਾਰ ਤੁਹਾਨੂੰ ਰਾਹ 'ਚ ਕੋਈ ਬੰਦਾ ਹੀ ਇਦਾਂ ਦਾ ਮਿਲ ਜਾਊ, ਕੋਈ ਕਾਰ ਕੁਛ ਇਦਾਂ, ਕੋਈ ਪਾਸਿੰਗ ਕ੍ਰੋਸਿੰਗ ਕਰਨ ਲੱਗਿਆ, ਕੋਈ ਤੁਹਾਡਾ ਸ਼ੀਸ਼ਾ ਖਹਿ ਗਿਆ ਨਾਲ, ਕੋਈ ਤੁਹਾਨੂੰ ਬੋਲ ਗਿਆ, ਕੋਈ ਤੁਹਾਨੂੰ ਮਤਲਬ ਅੱਖਾਂ ਕੱਢ ਗਿਆ, ਤਾਂ ਤੁਹਾਨੂੰ ਲੱਗੂਗਾ ਵੀ ਕੁਛ ਵੀ ਨਹੀਂ ਸਹੀ ਹੈਗਾ, ਕਿਉਂਕਿ ਤੁਸੀਂ ਕੁਛ ਚੰਗਾ ਸੋਚ ਕੇ ਨਹੀਂ ਤੁਰੇ ਹੈਗੇ, ਹਨਾ। ਉਹੀ ਜਦੋਂ ਤੁਸੀਂ ਚੰਗਾ ਸੋਚ ਕੇ ਤੁਰੇ ਹੁੰਦੇ, ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਚੰਗੇ ਮਤੇ ਨਾਲ ਤੁਰੇ ਸੀਗੇ, ਵਾਹਿਗੁਰੂ ਨੇ ਆਪੇ ਸਾਰੇ ਕੰਮ ਆਪ ਕਰਾਤੇ ਨੇ, ਹਨਾ। ਤੇ ਮੈਨੂੰ ਲੱਗਦਾ ਸੋਚਣਾ ਤੁਸੀਂ ਕੀ ਆ, ਤਾਂ ਇਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ। ਤੇ ਜੋ ਤੁਸੀਂ ਸੋਚ ਰਹੇ ਹੋ, ਮੈਂ ਸੱਚੀ ਇਸ ਗੱਲ 'ਚ ਭੈਣੇ ਬਿਲੀਵ ਕਰਦੀ ਹਾਂ ਵੀ ਜੋ ਤੁਸੀਂ ਸੋਚ ਰਹੇ ਹੋ ਉਹ ਤੁਹਾਡੀ ਜ਼ਿੰਦਗੀ ਸੱਚੀ ਬਣ ਜਾਂਦਾ ਆ। ਸਹੀ ਗੱਲ ਹੈ। ਗੁਰਦੀਪ, ਕਈ ਲੋਕ ਕਹਿੰਦੇ ਹੁੰਦੇ ਵੀ ਜੇ ਤੁਸੀਂ ਆਪਦੀ ਗੱਲ ਦਾ ਪ੍ਰਭਾਵ ਜ਼ਿਆਦਾ ਦੇਣਾ ਚਾਹੁੰਦੇ ਹੋ ਨਾ, ਮੰਨ ਲਓ ਕਿ ਆਪਾਂ ਕਿਸੇ ਕੋਲ ਕਿਸੇ ਕੰਮ ਲਈ ਗਏ ਆ, ਤੇ ਕਹਿੰਦੇ ਵੀ ਉੱਥੇ ਤੁਹਾਨੂੰ ਸਿਰਫ ਉਨੀ ਹੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਤੁਹਾਡੇ ਲਈ ਜ਼ਰੂਰੀ ਆ, ਮਤਲਬ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਨਾ, ਵੀ ਜਿੰਨੀ ਤੁਹਾਡੀ ਗੱਲਬਾਤ ਲੰਮੀ ਹੋ ਜਾਂਦੀ ਹੈ ਤੁਹਾਡਾ ਪ੍ਰਭਾਵ ਘਟ ਜਾਂਦਾ। ਮਤਲਬ ਕਿਉਂ ਘਟ ਜਾਂਦਾ? ਕਿਉਂਕਿ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਜਾਣਨ ਲੱਗ ਜਾਂਦੇ ਹਾਂ। ਜਿੰਨਾ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਅਸੀਂ ਉਸ ਚੀਜ਼ ਨੂੰ ਹਲਕੀ ਲੈਂਦੇ ਹਾਂ, ਹਨਾ। ਤੇ ਸੇਮ ਮੈਨੂੰ ਲੱਗਦਾ ਕਿ ਸਾਡੇ ਨਾਲ ਵੀ ਹੁੰਦੀ ਆ ਇਹ ਚੀਜ਼, ਆਪਣੇ ਮਤਲਬ ਆਪਣੇ ਸੋਚਣ ਨਾਲ ਵੀ ਹੁੰਦੀ ਆ। ਕਈ ਚੀਜ਼ਾਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਬਹੁਤ ਵੱਡੀਆਂ ਹੋਣ ਤੋਂ ਬਾਅਦ ਵੀ ਅਸੀਂ ਬਹੁਤ ਛੋਟੀਆਂ ਸੋਚਦੇ ਹਾਂ ਵੀ ਚੱਲ ਕੋਈ ਗੱਲ ਨਹੀਂ, ਹੋ ਗਈ ਤਾਂ ਹੋ ਗਈ। ਲੋਕ ਵੱਡੇ ਵੱਡੇ ਕਾਰੋਬਾਰਾਂ ਦੇ ਘਾਟੇ ਬਰਦਾਸ਼ਤ ਕਰ ਲੈਂਦੇ ਆ, ਉਹ ਕਹਿਣਗੇ ਵੀ ਕੋਈ ਨਹੀਂ, ਖਾਣੀ ਤਾਂ ਰੋਟੀ ਹੋਈ ਆ, ਹਨਾ। ਜਿਹਨੇ ਦਿੱਤਾ ਸੀ ਉਹਨੇ ਲੈ ਲਿਆ, ਤੇ ਜਿਹਨੇ ਲੈ ਲਿਆ ਉਹ ਦੁਬਾਰਾ ਵੀ ਦੇ ਦੂਗਾ। ਹੁਣ ਕਈ ਲੋਕ ਹੁੰਦੇ ਨੇ ਵੀ ਉਹ ਛੋਟੀ ਜਿਹੀ ਟ੍ਰੈਜਡੀ ਨੂੰ ਹੀ ਇੰਨਾ ਜ਼ਿਆਦਾ ਸੈਲੀਬ੍ਰੇਟ ਕਰਦੇ ਆ, ਹਨਾ, ਵੀ ਉਹ ਉਸ ਦਿਨ ਨੂੰ ਵੀ ਯਾਦ ਰੱਖਣਗੇ ਸਾਲ ਬਾਅਦ ਵੀ ਮੇਰੇ ਨਾਲ ਪਿਛਲੇ ਸਾਲ ਆਹ ਚੀਜ਼ ਹੋਈ ਸੀਗੀ। ਹੁਣ ਸਾਲ ਬਾਅਦ ਜਦੋਂ ਉਹ ਦਿਨ ਆਉਣ ਵਾਲਾ ਹੋਊਗਾ ਉਹ ਯਾਦ ਰੱਖਣਗੇ ਵੀ ਉਸ ਦਿਨ ਹੋਈ ਸੀ। ਮਤਲਬ ਉਹ ਆਪਣਾ ਪਿਛਲਾ ਸਾਲ ਤੋਂ ਲੈ ਕੇ ਅਗਲਾ ਸਾਲ ਤੇ ਆਉਣ ਵਾਲੇ ਕਈ ਸਾਲ ਉਸ ਚੀਜ਼ ਨੂੰ ਦੇ ਦਿੰਦੇ ਆ। ਹੁਣ ਜਿਹੜਾ ਬੰਦਾ ਇੱਕ ਮਾੜੀ ਚੀਜ਼ ਨੂੰ ਦਿਨ ਰਾਤ ਸੋਚੀ ਜਾਂਦਾ ਵੀ ਮੇਰੇ ਨਾਲ ਹੋਈ ਸੀ, ਮੈਨੂੰ ਲੱਗਦਾ ਕਿ ਉਹ ਬਹੁਤ ਸਾਰੀਆਂ ਹੋਰ ਮਾੜੀਆਂ ਚੀਜ਼ਾਂ ਦੀ ਸੰਭਾਵਨਾ ਆਪਣੇ ਅੰਦਰ ਬਣਾ ਲੈਂਦਾ। ਉਹਦੇ ਰਿਐਕਸ਼ਨ ਹੀ ਮਾੜੀ ਚੀਜ਼ ਤੇ ਆਉਣਗੇ। ਉਹਨੂੰ ਜੇ ਕੋਈ ਚੰਗੀ ਚੀਜ਼ ਵੀ ਉਹਦੇ ਨਾਲ ਵਾਪਰਦੀ ਆ, ਉਹ ਉਹਨੂੰ ਵੀ ਘਟਾ ਲੈਂਦਾ, ਉਸ ਚੀਜ਼ ਨੂੰ ਜ਼ਿਆਦਾ ਸੋਚੂ ਜਿਹੜੀ ਉਹਦੇ ਨਾਲ ਭੈੜੀ ਹੋਈ, ਹਨਾ। ਬਿਲਕੁਲ, ਹਾਂ। ਜਿਵੇਂ ਆਪਾਂ ਕਹਿੰਦੇ ਕਿ ਜੇ ਘਰੇ ਆਪਣੇ 5 ਰੁਪਏ ਗਵਾਚ ਜਾਣ, ਅਸੀਂ ਉਹ ਨਹੀਂ ਭੁੱਲਦੇ, ਉਹਦੀ ਬਜਾਏ ਚਾਹੇ ਸਾਨੂੰ 10 ਕਿਤੇ ਹੋਰ ਰੱਖੇ ਲੱਭ ਜਾਣ, ਹਨਾ। ਅਸੀਂ ਕੀ ਕਹਿੰਦੇ ਯਾਰ ਮੇਰੇ ਉਹ ਗਵਾਚ ਗਏ ਸੀ। ਤੇ ਇਦਾਂ ਹੀ ਜ਼ਿੰਦਗੀ ਆ। ਮੈਨੂੰ ਲੱਗਦਾ ਕਿ ਤੁਸੀਂ ਜਿਵੇਂ ਕਿਹਾ ਵੀ ਚੁਣਨਾ ਹੈ ਕਿ ਤੁਹਾਡੇ ਕੋਲ ਚੰਗਾ ਕੀ ਆ, ਬਜਾਏ ਉਹਦੇ ਜੇ ਅਸੀਂ ਮਾੜੀਆਂ ਚੀਜ਼ਾਂ ਚੁਣਨ ਲੱਗ ਜਾਾਂਗੇ ਫਿਰ ਸਾਨੂੰ ਸਾਰੀਆਂ ਮਾੜੀਆਂ ਹੀ ਯਾਦ ਆਉਣਗੀਆਂ ਕਿ ਮੇਰੇ ਨਾਲ ਇਹ ਚੀਜ਼ਾਂ ਹੋ ਗਈਆਂ, ਤੇ ਅਗਲੀ ਜ਼ਿੰਦਗੀ ਲਈ ਵੀ ਅਸੀਂ ਮਾੜੀਆਂ ਵਿਉਂਤਾਂ ਬਣਾ ਲੈਂਦੇ ਹਾਂ। ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਸਕੂਟਰ ਤੇ ਜਾਂਦਾ ਸੀ ਬੰਦਾ, ਕਾਰ ਤੇ ਜਾਂਦਾ ਸੀ, ਉਹ ਉਹਦੇ 'ਚ ਬੈਠਣ ਤੋਂ ਡਰਨ ਲੱਗ ਜਾਂਦਾ। ਹੁਣ ਐ ਤਾਂ ਨਹੀਂ ਵੀ ਉਹਦੇ ਨਾਲ ਸਾਲ ਬਾਅਦ ਵੀ ਐਕਸੀਡੈਂਟ ਹੋਊਗਾ, ਹਨਾ। ਮਤਲਬ ਕਿ ਉਹਨੇ ਉਸ ਚੀਜ਼ ਨੂੰ ਆਪਣੇ ਅੰਦਰ ਹਊਆ ਬਣਾ ਲਿਆ, ਤੇ ਜਦੋਂ ਵੀ ਉਹ ਉਸ ਚੀਜ਼ 'ਚ ਬੈਠੂਗਾ, ਦੁਬਾਰਾ ਸਵਾਰੀ ਕਰੂ, ਉਹਨੂੰ ਐ ਨਹੀਂ ਲੱਗੂਗਾ ਕਿ ਮੈਂ ਜਾ ਰਿਹਾ, ਉਹਨੂੰ ਐਂ ਲੱਗੂ ਕਿ ਹਾਏ ਐਕਸੀਡੈਂਟ ਨਾ ਹੋ ਜੇ। ਤੇ ਬਹੁਤੇ ਐਕਸੀਡੈਂਟ ਦੁਬਾਰਾ ਘਬਰਾਹਟਾਂ 'ਚ ਹੀ ਹੋ ਜਾਂਦੇ ਆ ਲੋਕਾਂ ਨਾਲ, ਹਨਾ। ਸਹੀ ਗੱਲ। ਤੇ ਇਹਦਾ ਮਤਲਬ ਕਿ ਸੱਚੀ ਸਾਨੂੰ ਜਿੱਥੇ ਵੀ ਅਸੀਂ ਨਿਕਲਦੇ ਹਾਂ, ਚਾਹੇ ਸਾਡੇ ਨਾਲ ਕੁਝ ਵੀ ਵਾਪਰਿਆ, ਸਾਨੂੰ ਆਪਣੇ ਦਿਮਾਗ ਨੂੰ ਪੋਜ਼ਿਟਿਵ ਲੈ ਕੇ ਚੱਲਣਾ ਚਾਹੀਦਾ। ਪੋਜ਼ਿਟਿਵ ਐਟੀਟਿਊਡ ਨਾਲ ਤੁਸੀਂ ਟਰੈਵਲ ਕਰ ਰਹੇ ਹੋ, ਤੁਹਾਡੇ ਨਾਲ ਵਾਕਈ ਸਭ ਕੁਝ ਚੰਗਾ ਹੋਊਗਾ, ਹਨਾ। ਤੁਸੀਂ ਘਰੇ ਕੰਮ ਕਰ ਰਹੇ ਹੋ, ਤੁਹਾਡੇ ਨਾਲ ਸਾਰਾ ਕੁਝ ਹੀ ਚੰਗਾ ਹੋਊ। ਜਿਵੇਂ ਆਪਾਂ ਕਿੰਨੇ ਐਪੀਸੋਡਸ ਦੇ ਵਿੱਚ ਇਹ ਗੱਲਬਾਤ ਕੀਤੀ ਹੈ ਕਿ ਜਦੋਂ ਤੁਸੀਂ ਘਰ 'ਚ ਖਾਣਾ ਬਣਾਉਂਦੇ ਹੋ, ਤੁਹਾਡਾ ਮਨ ਬਹੁਤ ਸ਼ਾਂਤੀ 'ਚ ਹੋਣਾ ਚਾਹੀਦਾ। ਤੁਸੀਂ ਚਲੋ ਬਹੁਤ ਜ਼ਿਆਦਾ ਧਾਰਮਿਕ ਕਈ ਲੋਕ ਨਹੀਂ ਹੁੰਦੇ, ਪਰ ਫਿਰ ਵੀ ਪਰਮਾਤਮਾ ਨੂੰ ਯਾਦ ਕਰਦੇ ਜਾਂ ਉਹਦਾ ਸ਼ੁਕਰਾਨਾ ਕਰਦੇ ਤੁਹਾਨੂੰ ਅੰਨ ਪਾਣੀ ਕਰਨਾ ਚਾਹੀਦਾ, ਹਨਾ। ਵੀ ਕਿਉਂਕਿ ਉਹ ਸਾਰੇ ਜੀਆਂ ਨੇ ਖਾਣਾ ਤੇ ਉਹਨਾਂ ਦਾ ਸੁਭਾਅ ਉਸੇ ਤਰੀਕੇ ਦਾ ਬਣੂਗਾ। ਤੇ ਉਹ ਕਿਵੇਂ ਬਣੂ? ਪਹਿਲਾਂ ਤੁਹਾਡਾ ਸੁਭਾਅ ਉਹੋ ਜਿਹਾ ਹੋਣਾ ਚਾਹੀਦਾ, ਹਨਾ, ਕਿ ਮੈਂ ਇਹ ਚੀਜ਼ ਬਣਾ ਰਹੀ ਹਾਂ। ਜੇ ਤੁਸੀਂ ਉਹਨੂੰ ਜ਼ਿੰਮੇਵਾਰੀ ਸਮਝ ਕੇ ਕਰ ਰਹੇ ਹੋ, ਵਧੀਆ ਹੋਊਗੀ। ਜੇ ਤੁਸੀਂ ਉਹਨੂੰ ਸਿਰਫ ਇੱਕ ਕੰਮ ਸਮਝ ਕੇ ਕਰ ਰਹੇ ਹੋ ਤਾਂ ਉਹ ਉਵੇਂ ਹੀ ਹੋਈ ਜਾਊਗੀ। ਤੇ ਜ਼ਿੰਦਗੀ ਵੀ ਅਸੀਂ ਜਿਉਣ ਆਇਆ, ਇਹ ਸਾਨੂੰ ਦੁਬਾਰਾ ਨਹੀਂ ਮਿਲਣੀ। ਚਾਹੇ ਸਾਰਾ ਦਿਨ ਉਦਾਸ ਹੋ ਕੇ ਕੱਢ ਲਓ ਤੇ ਚਾਹੇ ਸਾਰਾ ਦਿਨ ਖੁਸ਼ੀ ਨਾਲ ਕੱਢ ਲਓ। ਮੈਨੂੰ ਲੱਗਦਾ ਕਿ ਚੀਜ਼ਾਂ ਤਾਂ ਬਦਲ ਜਾਂਦੀਆਂ ਨੇ, ਪਰ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਪੈਂਦਾ। ਜਿਵੇਂ ਨਾ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਕਈ ਇਦਾਂ ਦੀਆਂ ਬਿਮਾਰੀਆਂ ਨੇ ਵੀ ਅੱਜ ਤੱਕ ਭਾਈ ਇਹਦਾ ਕੋਈ ਇਲਾਜ ਨਹੀਂ ਲੱਭਿਆ, ਪਰ ਆਪਾਂ ਕਈ ਲੋਕ ਉਹਨਾਂ ਬਿਮਾਰੀਆਂ ਚੋਂ ਵੀ ਠੀਕ ਹੁੰਦੇ ਦੇਖੇ ਨੇ, ਹਨਾ। ਉਹ ਕਿਉਂ ਦੇਖੇ ਨੇ? ਕਿਉਂਕਿ ਉਹਨਾਂ ਦਾ ਰਵੱਈਆ ਜਾਂ ਉਹਨਾਂ ਦਾ ਜੋ ਉਸ ਬਿਮਾਰੀ ਪ੍ਰਤੀ
ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਵੇਂ ਲਿਆ ਉਸ ਚੀਜ਼ ਨੂੰ, ਹਨਾ, ਉਹ ਬਹੁਤ ਮਾਇਨੇ ਰੱਖਦਾ ਆ। ਜਿਵੇਂ ਕਈ ਵਾਰੀ ਆਪਣੇ ਕੋਈ ਮਾੜਾ ਮੋਟਾ ਹੀ ਕੁਝ ਦੁਖਣ ਲੱਗ ਜਾਂਦਾ, ਆਪਾਂ ਉਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਵੱਡਾ ਬਣਾ ਲੈਂਦੇ ਹਾਂ, ਮੇਰਾ ਕੁਝ ਦੁਖਦਾ, ਜਾਂ ਕਈਆਂ ਦੀ ਤਾਂ ਵੈਸੇ ਹੀ ਆਦਤ ਹੀ ਰੂਟੀਨ ਬਣ ਜਾਂਦੀ ਜਾਂਦੀ ਹੈ ਕਿ ਉਹਨਾਂ ਨੇ ਸਵੇਰੇ ਉੱਠਦੇ ਸਾਰ ਕਹਿਣਾ ਹੀ ਹੁੰਦਾ ਵੀ ਮੇਰਾ ਆ ਮੇਰਾ ਜਾ ਦੁਖਦਾ, ਦੁਖਦਾ। ਅੱਜ ਮੇਰਾ ਆ ਦੁਖਦਾ। ਵੀ ਉਹਨਾਂ ਦੇ ਨਾ ਸਰੀਰ ਦੇ ਵੱਖ-ਵੱਖ ਅੰਗਾਂ ਦੀ ਉਹਨਾਂ ਨੇ ਡਿਊਟੀ ਲਾਈ ਹੁੰਦੀ ਵੀ ਅੱਜ ਤੇਰੀ ਵਾਰੀ ਆ, ਅੱਜ ਤੇ ਅੱਜ ਤੇਰੀ ਵਾਰੀ ਆ, ਹਨਾ। ਤਾਂ ਉਸ ਬੰਦੇ ਤੋਂ ਤੁਸੀਂ ਉਮੀਦ ਹੀ ਨਹੀਂ ਰੱਖ ਸਕਦੇ ਵੀ ਜੇ ਲਾਈਫ 'ਚ ਇਹਨੂੰ ਕਦੇ ਕੋਈ ਇਦਾਂ ਦੀ ਬਿਮਾਰੀ ਆ ਗਈ ਵੀ ਜਿਹਦਾ ਆਪਾਂ ਕਹਿ ਦਿੰਦੇ ਹਾਂ ਭਾਈ ਇਹਨਾਂ ਬਿਮਾਰੀਆਂ ਦੇ ਤਾਂ ਇਲਾਜ ਵੀ ਹੈ ਨਹੀਂਗੇ, ਤਾਂ ਸੱਚੀ ਫਿਰ ਉਹ ਕਦੇ ਨਹੀਂ ਉਸ ਚੀਜ਼ 'ਚੋਂ ਨਿਕਲ ਸਕਦਾ, ਹਨਾ। ਜਿਹੜੇ ਲੋਕ ਉਹਨਾਂ ਚੀਜ਼ਾਂ 'ਚੋਂ ਵੀ ਪਾਰ ਕਰਕੇ ਇੱਕ ਨਵੀਂ ਜ਼ਿੰਦਗੀ ਜਿਨ੍ਹਾਂ ਨੂੰ ਮਿਲੀ ਆ, ਹਨਾ, ਉਹਨਾਂ ਨੂੰ ਇਸੇ ਕਰਕੇ ਮਿਲੀ ਆ ਕਿ ਉਹਨਾਂ ਨੇ ਹੌਸਲਾ ਅਤੇ ਉਹਨਾਂ ਨੇ ਪੋਜ਼ਿਟਿਵਿਟੀ ਨਹੀਂ ਛੱਡੀ, ਹਨਾ। ਉਹਨਾਂ ਨੇ ਇਹ ਕਿਹਾ ਵੀ ਠੀਕ ਆ, ਜੇ ਮਤਲਬ ਔਖਾ ਟਾਈਮ ਆਇਆ ਤਾਂ ਪਰਮਾਤਮਾ ਇਸ ਸਮੇਂ 'ਚ ਵੀ ਮੇਰੇ ਨਾਲ ਆ, ਜਾਂ ਇਸ ਸਮੇਂ 'ਚੋਂ ਵੀ ਮੈਂ ਲੰਘ ਸਕਦਾ ਆ, ਜਾਂ ਉਹਨਾਂ ਨੇ ਆਪਣਾ ਰਵੱਈਆ ਹੀ ਉਦਾਂ ਦਾ ਰੱਖਿਆ ਵੀ ਉਹਨਾਂ ਨੇ ਉਸ ਬਿਮਾਰੀ ਦੇ ਅੱਗੇ ਆਪਣਾ ਹੌਸਲਾ ਹੀ ਇੰਨਾ ਵੱਡਾ ਖੜਾ ਕਰਤਾ ਕਿ ਉਹ ਮਤਲਬ ਬਿਮਾਰੀ ਉਹਨਾਂ ਦੀ ਜ਼ਿੰਦਗੀ ਨਹੀਂ ਖਤਮ ਕਰ ਸਕੀ, ਹਨਾ। ਸੋ ਇੱਥੋਂ ਵੀ ਆਪਾਂ ਉਹਨਾਂ ਚੀਜ਼ਾਂ ਦਾ ਅੰਦਾਜ਼ਾ ਲਾ ਸਕਦੇ ਹਾਂ ਵੀ ਕਈ ਵਾਰੀ ਛੋਟਾ ਜਿਹਾ ਸਿਰ ਦੁਖਣਾ ਵੀ ਆਪਾਂ ਨੂੰ ਬਹੁਤ ਵੱਡੀ ਮੁਸੀਬਤ ਦੇ ਦਿੰਦਾ ਆ, ਆਪਾਂ ਉਹਨੂੰ ਵੀ ਬਹੁਤ ਵੱਡਾ ਹਊਆ ਬਣਾ ਲੈਂਦੇ ਹਾਂ, ਤੇ ਸੱਚੀ ਫਿਰ ਕਈ ਵਾਰ ਸਾਡਾ 7-7 ਦਿਨ ਸਿਰ ਹੀ ਨਹੀਂ ਠੀਕ ਹੁੰਦਾ ਹੈਗਾ, ਹਨਾ। ਤੇ ਕਈ ਲੋਕ ਆਪਣੇ ਐਟੀਟਿਊਡ ਦੇ ਕਰਕੇ, ਆਪਣੀ ਪੋਜ਼ਿਟਿਵਿਟੀ ਦੇ ਕਰਕੇ ਉਹਨਾਂ ਬਿਮਾਰੀਆਂ 'ਚੋਂ ਵੀ ਨਿਕਲੇ ਹੁੰਦੇ ਨੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਨੇ ਕਿ ਇਹਨਾਂ ਦਾ ਤਾਂ ਦੁਨੀਆ ਤੇ ਕੋਈ ਇਲਾਜ ਨਹੀਂ ਬਣਿਆ ਅੱਜ ਤੱਕ, ਹਨਾ। ਸੋ ਜਿਵੇਂ ਦਾ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਜ਼ਿੰਦਗੀ ਬਣ ਜਾਂਦੀ ਆ। ਇਹਦੀਆਂ ਕਿੰਨੀਆਂ ਹੀ ਉਦਾਹਰਨਾਂ ਨੇ ਜਿਹੜੀਆਂ ਆਪਾਂ ਆਪਣੇ ਘਰਾਂ 'ਚ, ਆਪਣੀ ਡੇਲੀ ਲਾਈਫ 'ਚ ਤੁਸੀਂ ਅਕਸਰ ਹੀ ਦੇਖਦੇ ਹੋ, ਹਨਾ। ਸਵੇਰੇ ਤੁਸੀਂ ਸਾਜਰੇ ਖੁਸ਼ ਉੱਠੇ ਹੋ ਤਾਂ ਤੁਹਾਡਾ ਸੱਚੀ ਸਾਰਾ ਦਿਨ ਵਧੀਆ ਹੀ ਜਾਂਦਾ ਵਾ, ਹਨਾ। ਸਵੇਰੇ ਉੱਠਦੇ ਹੋ ਤੁਸੀਂ, ਕਈ ਵਾਰ ਤੁਹਾਡਾ ਵੈਸੇ ਬਿਨਾਂ ਕੋਲੋਂ ਹੀ ਮੂਡ ਅਪਸੈਟ ਹੁੰਦਾ, ਤਾਂ ਉਦੋਂ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਇਦਾਂ ਦੀਆਂ ਹੋਣਗੀਆਂ ਤੁਹਾਡੇ ਨਾਲ ਵੀ, ਸੱਚੀ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਹਾਂ ਮੈਂ ਕੁਝ ਵਧੀਆ ਹੋ ਹੀ ਨਹੀਂ ਰਿਹਾ ਹੈਗਾ, ਹਨਾ। ਕਈ ਵਾਰੀ ਆਪਾਂ ਲੋਕਾਂ ਨੂੰ ਗੱਲਾਂ ਕਰਦੇ ਨਹੀਂ ਸੁਣੀਦਾ ਹੈਗਾ ਕਿ ਵੀ ਪਤਾ ਨਹੀਂ ਉਸ ਚੀਜ਼ 'ਚੋਂ ਕਿਵੇਂ ਨਿਕਲੇ। ਕਈ ਵਾਰ ਕਿਸੇ ਦਾ ਕੋਈ ਅਦਾਲਤ ਕੇਸ ਇਦਾਂ ਦਾ ਹੁੰਦਾ ਹੈ, ਹਨਾ, ਜਾਂ ਕੋਈ ਘਰਾਂ ਦੇ ਕੋਈ ਰੌਲੇ ਇਦਾਂ ਦੇ ਹੋ ਜਾਂਦੇ ਨੇਗੇ, ਤਾਂ ਆਪਾਂ ਅਕਸਰ ਹੀ ਕਈ ਵਾਰ ਸਿਆਣੇ ਲੋਕਾਂ ਨੂੰ ਕਹਿੰਦੇ ਹੋਏ ਸੁਣ ਲੈਂਦੇ ਨੇ ਵੀ ਪਤਾ ਨਹੀਂ ਤਾਂ ਪਰਮਾਤਮਾ ਸੀ, ਜਾਂ ਪਤਾ ਨਹੀਂ ਕਿਹੜਾ ਦਿੱਤਾ ਲਿਆ ਅੱਗੇ ਆ ਗਿਆ ਵੀ ਜਿਹੜਾ ਆਹ ਕੰਮ ਸਾਡਾ ਹੋ ਗਿਆ, ਜਾਂ ਅਸੀਂ ਇਸ ਚੀਜ਼ ਤੋਂ ਬਾਹਰ ਆ ਗਏ, ਹਨਾ। ਅਸਲ ਦੇ ਵਿੱਚ ਚਲੋ ਠੀਕ ਆ, ਇਹ ਵੀ ਹੁੰਦਾ ਹੈ ਕਿ ਤੁਸੀਂ ਅੱਗੇ ਪਿੱਛੇ ਕਿਸੇ ਦਾ ਕਿੰਨਾ ਚੰਗਾ ਕੀਤਾ ਤਾਂ ਉਹ ਵੀ ਤੁਹਾਨੂੰ ਲਾਈਫ ਪੇ ਬੈਕ ਕਰਦੀ ਆ, ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਹਰ ਸਿਚੁਏਸ਼ਨ 'ਚ ਤੁਹਾਡਾ ਐਟੀਟਿਊਡ ਕੀ ਆ ਉਹ ਬਹੁਤ ਮਾਇਨੇ ਰੱਖਦਾ ਆ, ਹਨਾ। ਤਾਂ ਹੀ ਤਾਂ ਆਪਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਨੇ ਨਾ, ਉਹ ਮਤਲਬ ਦੂਜੇ ਬੰਦੇ 'ਚ ਵੀ ਜਾਨ ਪਾ ਦਿੰਦੇ ਆ, ਹਨਾ। ਤੁਸੀਂ ਉਹਨਾਂ ਦੇ ਕੋਲ ਹੀ ਬਹਿ ਜਾਓ, ਤੁਹਾਨੂੰ ਐਂ ਲੱਗਣ ਲੱਗ ਜਾਓ ਵੀ ਜੇ ਇਹਦੇ ਹਿਸਾਬ ਨਾਲ ਸਭ ਕੁਝ ਠੀਕ ਚੱਲਦਾ ਤਾਂ ਮੇਰੀ ਜ਼ਿੰਦਗੀ 'ਚ ਤਾਂ ਸਭ ਕੁਝ ਹੀ ਠੀਕ ਆ। ਕਈ ਵਾਰੀ ਨਾ ਭੈਣੇ ਆਪਾਂ ਕਿਸੇ ਨੂੰ ਦੇਖਦੇ ਨੇ, ਆਪਾਂ ਕਹਿੰਦੇ ਯਾਰ ਇਹਦੀ ਲਾਈਫ 'ਚ ਕਿੰਨੀਆਂ ਮੁਸ਼ਕਲਾਂ ਨੇ, ਯਾਰ ਇਹ ਤਾਂ ਵੀ ਇੰਨਾ ਖੁਸ਼ ਆ, ਤਾਂ ਵੀ ਇਹ ਹੱਸਤ, ਤਾਂ ਵੀ ਦੂਜਿਆਂ ਨੂੰ ਕਹਿੰਦਾ ਕਿ ਮਤਲਬ ਸਦਾ ਖੁਸ਼ ਰਹਿਣਾ ਚਾਹੀਦਾ। ਸਹੀ ਗੱਲ। ਗੁਰਦੀਪ, ਇੱਕ ਦਿਨ ਮੈਂ ਡਾਕਟਰ ਕਪੂਰ ਨਾਲ ਗੱਲ ਕਰਦੀ ਸੀਗੀ ਫੋਨ ਤੇ ਅੱਜ ਜਦੋਂ ਮਤਲਬ ਹੜ੍ਹ ਜਿਹੇ ਆਏ ਸੀਗੇ, ਹਨਾ, ਮੈਂ ਤੁਹਾਨੂੰ ਵੀ ਆ ਕੇ ਗੱਲ ਦੱਸੀ ਸੀਗੀ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਸਰ ਬਹੁਤ ਮਤਲਬ ਨੁਕਸਾਨ ਜਿਹਾ ਹੋ ਗਿਆ ਇੱਦਾਂ। ਉਹ ਕਹਿੰਦੇ ਵੀ ਨਹੀਂ, ਕਹਿੰਦੇ ਅਸਲ 'ਚ ਬਹੁਤ ਮੁਸੀਬਤਾਂ ਆਉਣੀਆਂ ਵੀ ਤੁਹਾਨੂੰ ਜ਼ਿੰਦਗੀ 'ਚ ਬਹੁਤ ਵੱਡੇ ਸਬਕ ਦਿੰਦੀਆਂ ਨੇ, ਹਨਾ। ਉਹ ਕਹਿੰਦੇ ਵੀ ਮਤਲਬ ਕੋਈ ਮੁਸੀਬਤ ਜ਼ਿੰਦਗੀ 'ਚ ਨਾ ਆਵੇ, ਉਹ ਬਿਲਕੁਲ ਉਹ ਟ੍ਰੇਨ ਦੇ ਉਸ ਸਫ਼ਰ ਵਰਗੀ ਹੁੰਦੀ ਹੈ ਜਿਹਦੇ 'ਚ ਕੋਈ ਵੀ ਸਟੇਸ਼ਨ ਨਹੀਂ ਆਉਂਦਾ। ਤੇ ਮੈਨੂੰ ਉਹਨਾਂ ਦੀ ਗੱਲ ਬਹੁਤ ਚੰਗੀ ਲੱਗੀ। ਉਹ ਕਹਿੰਦੇ ਤੁਸੀਂ ਹਰ ਚੀਜ਼ ਤੋਂ ਕੁਛ ਨਾ ਕੁਛ ਸਿੱਖਣ ਵਾਲੀ ਭਾਵਨਾ ਜੇ ਰੱਖੋਗੇ, ਕਹਿੰਦੇ ਫਿਰ ਉਹ ਤੁਹਾਡੇ ਲਈ ਇੱਕ ਘਟਨਾ ਹੋਊਗੀ। ਜੇ ਤੁਸੀਂ ਉਹਨੂੰ ਬਹੁਤ ਜ਼ਿਆਦਾ ਆਪਣੇ ਤੇ ਸਵਾਰ ਕਰ ਲਓਗੇ ਵੀ ਮੈਂ ਸਿੱਖਿਆ ਕੁਛ ਨਹੀਂ, ਬਸ ਮੇਰਾ ਤਾਂ ਨੁਕਸਾਨ ਹੀ ਹੋਇਆ, ਕਹਿੰਦੇ ਫਿਰ ਉਹ ਤੁਹਾਡੇ ਲਈ ਹਾਦਸੇ ਬਣ ਜਾਂਦੇ ਆ। ਤੇ ਬੰਦੇ ਘਟਨਾ ਨੂੰ ਭੁੱਲ ਜਾਂਦੇ, ਹਾਦਸਿਆਂ ਨੂੰ ਨਹੀਂ ਭੁੱਲਦੇ, ਹਨਾ। ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਵੀ ਤਾਂ ਲੋਕ ਹੈਗੇ ਨੇ, ਉਹਨਾਂ ਦੀ ਜ਼ਿੰਦਗੀ 'ਚ ਵੀ ਬਹੁਤ ਮੁਸੀਬਤਾਂ ਆਈਆਂ। ਤੁਸੀਂ ਉਹਨਾਂ ਦੀ ਸਵੈ ਜੀਵਨੀ ਪੜ੍ਹਿਓ ਤੇ ਫਿਰ ਵੀ ਉਹ ਜਦੋਂ ਵੀ ਗੱਲ ਕਰਨਗੇ ਉਹ ਕਹਿਣਗੇ ਵੀ ਮੇਰੇ ਅੰਦਰ ਇੰਨਾ ਸ਼ੁਕਰਾਨਾ ਵੀ ਪਰਮਾਤਮਾ ਨੇ ਮੈਨੂੰ ਇੰਨਾ ਕੁਛ ਦਿੱਤਾ। ਅਸਲ 'ਚ ਤਾਂ ਇੰਨਾ ਕੁਛ ਦਿੱਤਾ ਹੀ ਯਾਦ ਰੱਖਣਾ ਚਾਹੀਦਾ। ਜਦੋਂ ਆਪਾਂ ਕਹਿੰਦੇ ਨਾ ਕਿ ਜਿਵੇਂ ਪੈਸਾ ਪੈਸੇ ਨੂੰ ਖਿੱਚਦਾ, ਤੁਹਾਡੀ ਸੋਚ ਚੀਜ਼ਾਂ ਨੂੰ ਖਿੱਚਦੀ ਆ। ਕਈ ਲੋਕ ਲਿਖਦੇ ਹੁੰਦੇ ਆ ਵੀ ਤੁਸੀਂ ਸੁੱਤੀਆਂ ਅੱਖਾਂ ਨਾਲ ਜਿਹੜੇ ਸੁਪਨੇ ਦੇਖਦੇ ਹੋ ਚਾਹੇ ਪੂਰੇ ਹੋਣ ਨਾ ਹੋਣ, ਪਰ ਜਿਹੜੇ ਜਾਗਦੀਆਂ ਅੱਖਾਂ ਨਾਲ ਦੇਖੋਗੇ ਤਾਂ ਉਹ ਪੂਰੇ ਹੋਣਗੇ। ਉਹ ਕਿਉਂ ਹੁੰਦੇ ਨੇ? ਕਿਉਂਕਿ ਅਸੀਂ ਉਹਨਾਂ ਲਈ ਮਿਹਨਤ ਕਰਦੇ ਹਾਂ। ਅਸੀਂ ਸੋਚਦੇ ਹਾਂ ਕਿ ਜੇ ਮੈਂ ਆਹ ਚੀਜ਼ ਸੋਚੀ ਆ ਤਾਂ ਮੈਂ 10 ਸਾਲ ਬਾਅਦ ਏਦਾਂ ਕਰੂੰਗਾ। ਮੈਂ ਦੇਖਦੀ ਹੁੰਦੀ ਵੀ ਅੱਜ ਕੱਲ੍ਹ ਦੇ ਨਿਆਣੇ ਸਾਡੇ ਨਾਲੋਂ ਬਹੁਤ ਬੇਹੱਦ ਜ਼ਿਆਦਾ ਸਿਆਣੇ ਨੇ।
ਉਹਨਾਂ ਕੋਲੇ ਸਾਰੀ ਆਪਣੀ ਲਾਈਫ ਦੀਆਂ ਪਲੈਨਿੰਗਸ ਨੇ। ਬੇਸ਼ੱਕ ਕਰਨ ਵਾਲੀ ਕੁਦਰਤ ਆ, ਕਿਸੇ ਦੀ ਕੋਈ ਪਲੈਨਿੰਗ ਨਹੀਂ ਚੱਲਦੀ, ਪਰ ਉਹ ਤੁਹਾਨੂੰ ਦੱਸ ਦੇਣਗੇ ਵੀ 2 ਸਾਲ ਬਾਅਦ ਮੈਂ ਇਹ ਕਰਨਾ, 4 ਸਾਲ ਬਾਅਦ ਮੈਂ ਇਹ ਕਰਨਾ, ਫਿਰ ਫਲਾਣੀ ਏਜ 'ਚ ਜਾ ਕੇ ਮੈਂ ਇਹ ਕਰਨਾ, ਹਨਾ। ਕਮ ਸੇ ਕਮ ਉਹ ਸੋਚਦੇ ਤਾਂ ਹੈਗੇ ਨੇ ਨਾ। ਆਪਾਂ ਕੀ ਸੋਚਦੇ ਹਾਂ? ਆਪਾਂ ਸਿਰਫ ਪਾਸਟ ਸੋਚਦੇ ਹਾਂ, ਤੇ ਪਾਸਟ 'ਚ ਸੋਚਦੇ ਕੀ ਆ ਕਿ ਜੋ ਕੁਝ ਬੁਰਾ ਹੋਇਆ ਸੀਗਾ। ਚੰਗੀਆਂ ਚੀਜ਼ਾਂ ਬਹੁਤ ਘੱਟ ਯਾਦ ਰਹਿੰਦੀਆਂ ਨੇ, ਜੇ ਯਾਦ ਵੀ ਰਹਿੰਦੀਆਂ ਨੇ ਘੰਟਾ ਜਾਂ 1 ਦਿਨ ਅਸੀਂ ਉਹਨਾਂ ਤੇ ਹੱਸਦੇ ਹਾਂ, ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਮਾੜੀਆਂ ਨੂੰ ਅਸੀਂ ਮੁੜ ਕੇ ਖਿੱਚ ਕੇ ਲਿਆਉਂਦੇ ਹਾਂ ਕਿ ਅੱਜ ਦੇ ਟਾਈਮ 'ਚ ਆ, ਹਨਾ। ਤੇ ਜਿਹੜੀ ਅੱਜ ਦੇ ਟਾਈਮ 'ਚ ਆਈ ਉਹ ਕੱਲ੍ਹ ਦੇ 'ਚ ਵੀ ਆਊਗੀ ਹੋਈ ਫਿਰ। ਤੇ ਫਿਰ ਮੈਨੂੰ ਲੱਗਦਾ ਕਿ ਸੋਚੋ ਹੀ ਨਾ। ਜੇ ਤੁਸੀਂ ਇੰਨਾ ਹੀ ਮਾੜਾ ਸੋਚਦੇ ਹੋ, ਕਈ ਕਹਿੰਦੇ ਹੁੰਦੇ ਨਾ ਮੇਰਾ ਦਿਮਾਗ 24 ਘੰਟੇ ਸੋਚੀ ਜਾਂਦਾ, ਰੁਕਦਾ ਹੀ ਨਹੀਂ, ਉਹਨੂੰ ਕਿਤੇ ਇੰਗੇਜ ਕਰ ਲਓ। ਆਪਾਂ ਪਿੰਡਾਂ 'ਚ ਖੇਡਦੇ ਹੁੰਦੇ ਸੀ ਲੁਕਣ ਮਿੱਟੀ, ਹੈ ਨਾ। ਮਤਲਬ ਤੁਸੀਂ ਚੀਜ਼ ਤੋਂ ਲੁਕ ਲਓ। ਆਪਾਂ ਇਹ ਚੀਜ਼ ਕਰ ਸਕਦੇ ਹਾਂ ਨਾ ਵੀ ਜਾਂ ਤਾਂ ਤੁਸੀਂ ਚੀਜ਼ ਨੂੰ ਧੋਖਾ ਦਿਓ ਜਾਂ ਫਿਰ ਤੁਸੀਂ ਉਹਦੇ ਤੋਂ ਲੁਕੋ। ਧੋਖਾ ਦੇਣਾ ਕੀ ਹੁੰਦਾ ਕਿ ਮਨ ਉਦਾਸ ਹੈ, ਮਾੜਾ ਸੋਚਦਾ, ਤੁਸੀਂ ਕੋਈ ਕਿਤਾਬ ਪੜ੍ਹਨ ਲੱਗ ਜਾਓ, ਤੁਸੀਂ ਕੋਈ ਮਿਊਜ਼ਿਕ ਸੁਣ ਲਓ, ਤੁਸੀਂ ਆਪਾਂ ਜਿਵੇਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ, ਤੁਸੀਂ ਬੂਟਿਆਂ ਨੂੰ ਪਾਣੀ ਪਾ ਲਓ, ਤੁਸੀਂ ਨਿਆਣਿਆਂ ਨਾਲ ਖੇਡਣ ਲੱਗ ਜਾਓ। ਜਾਂ ਜਦੋਂ ਤੁਸੀਂ ਸੱਚੀ ਸੋਚਦੇ ਹੋ ਨਾ ਕਿ ਜ਼ਿੰਦਗੀ 'ਚ ਆ ਵੀ ਨੈਗੇਟਿਵ ਆ ਗਈ, ਆ ਵੀ ਨੈਗੇਟਿਵ ਆ, ਜਿਹਨੇ ਬਹੁਤ ਦੁੱਖ ਝੱਲਿਆ ਉਹਦੇ ਨਾਲ ਗੱਲ ਕਰਕੇ ਦੇਖੋ, ਤੁਹਾਨੂੰ ਲੱਗੂਗਾ ਕਿ ਉਹਦੇ ਮੁਕਾਬਲੇ ਤਾਂ ਸਭ ਕੁਝ ਹੀ ਚੰਗਾ। ਮੇਰਾ ਨਾ ਇੱਕ ਦੋਸਤ ਆ ਤੇ ਉਹਨੇ ਨਾ ਨਵੀਂ ਕਾਰ ਲਈ, ਹਨਾ। ਤੇ ਨਵੀਂ ਕਾਰ ਲਈ ਉਹਨੂੰ ਮੈਨੂੰ ਲੱਗਦਾ ਹਫਤਾ ਕੀ ਹੋਇਆ ਸੀਗਾ ਤੇ ਉਹਦਾ ਮਾਈਨਰ ਐਕਸੀਡੈਂਟ ਹੋ ਗਿਆ। ਮਤਲਬ ਗੱਡੀ 'ਚ ਡੈਂਟ ਡੁੰਟ ਪੈ ਗਏ, ਉੱਤੇ ਕਿਤੇ ਸਕ੍ਰੈਚ ਵੱਜ ਗਏ, ਹਨਾ। ਤੇ ਉਹ ਮੈਨੂੰ ਦੱਸ ਰਿਹਾ ਸੀਗਾ, ਮੈਂ ਵੀ ਉਹਦੀ ਗੱਲ ਆਈ ਸੁਣੀ ਵੀ ਇਹਨੂੰ ਲੱਗਣਾ ਚਾਹੀਦਾ ਵੀ ਆ ਤੇਰੇ ਨਾਲ ਕੀ ਹੋ ਗਿਆ, ਹਨਾ। ਮੈਂ ਕਿਹਾ ਅੱਛਾ ਨਵੀਂ ਗੱਡੀ ਡੈਂਟ ਪੈ, ਉਹ ਕਹਿੰਦਾ ਉਹ ਤਾਂ ਚੱਲ ਮੈਂ ਖੜਾ ਵੀ ਦਿੱਤੀ, ਉਹ ਤਾਂ ਹੋ ਜਾਣਾ ਕਵਰ ਇੰਸ਼ੋਰੈਂਸ 'ਚ ਕਵਰ ਹੋ ਜਾਣਾ। ਕਹਿੰਦਾ ਪਰ ਦੇਖ ਲਾ ਕਹਿੰਦਾ ਕਿਹੜੀ ਜਗ੍ਹਾ ਤੇ ਹੋਇਆ, ਵੀ ਮੈਂ ਹਲੇ ਗੁਰਦੁਆਰਾ ਸਾਹਿਬ ਕ੍ਰੋਸ ਕੀਤਾ ਹੀ ਸੀਗਾ, ਵੀ 100 ਮੀਟਰ ਪਿੱਛੇ ਰਿਹਾ ਹੋਣਾ, ਵੀ ਉੱਥੇ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ। ਮੈਨੂੰ ਲੱਗਿਆ ਸੀ ਵੀ ਇਹ ਕਹੂਗਾ ਵੀ ਮੈਂ ਤਾਂ ਮੱਥਾ ਟੇਕ ਕੇ ਨਿਕਲਿਆ ਸੀਗਾ, ਵੀ ਤਾਂ ਵੀ ਮੇਰਾ ਐਕਸੀਡੈਂਟ ਹੋ ਗਿਆ। ਕਹਿੰਦਾ ਮੈਂ ਤਾਂ ਮੁੜ ਕੇ ਸ਼ੁਕਰੀਆ ਕੀਤਾ ਵੀ ਪਰਮਾਤਮਾ ਤੂੰ ਕੁਛ ਵੱਡੀ ਹੋਣੀ ਟਾਲਤੀ, ਹਨਾ। ਸੋ ਉਹਨੇ ਉਸ ਚੀਜ਼ ਨੂੰ ਉਸ ਤਰੀਕੇ ਨਾਲ ਲਿਆ ਕਿ ਨਹੀਂ ਤਾਂ ਆਪਣੇ ਇਹ ਕਹਿ ਦਿੰਦੇ ਹੁੰਦੇ ਨੇ ਘਰੇ ਆਪਣੇ ਕਈ ਵਾਰ ਪਿੰਡਾਂ 'ਚ ਆਪਾਂ ਕਹਿੰਦੇ ਵੀ ਭਾਈ ਮਾੜਾ ਲੋਹਾ, ਸਹੀ ਗੱਲ ਆ। ਤੇ ਫਿਰ ਸਾਨੂੰ ਮਾੜਾ ਹੀ ਲੱਗਣ ਲੱਗ ਜਾਂਦਾ ਤੇ ਫਿਰ ਉਹ ਸਾਡਾ ਨੁਕਸਾਨ ਹੀ ਕਰਦਾ ਹੈ, ਹਨਾ। ਪਰ ਗੱਲ ਇੱਥੇ ਐਟੀਟਿਊਡ ਦੀ ਆ ਵੀ ਉਹਨੇ ਉਸ ਚੀਜ਼ ਨੂੰ ਇਸ ਤਰੀਕੇ ਨਾਲ ਲਿਆ ਕਿ ਮੇਰਾ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ, ਵੀ ਜਿਹੜੀ ਮਤਲਬ ਮੇਰੇ ਸੱਟ ਜ਼ਿਆਦਾ ਲੱਗਣੀ ਸੀ, ਹਾਲਾਂਕਿ ਉਹਦੇ ਤਾਂ ਸੱਟ ਨਹੀਂ ਲੱਗੀ ਸੀ, ਵੀ ਜਿਹੜਾ ਮੇਰਾ ਕੋਈ ਜ਼ਿਆਦਾ ਨੁਕਸਾਨ ਹੋਣਾ ਸੀ, ਵੀ ਮੈਂ ਉੱਥੇ ਗੁਰਦੁਆਰਾ ਸਾਹਿਬ ਦੇ ਮੂਹਰੋਂ ਲੰਘਿਆ, ਮੈਂ ਅਰਦਾਸ ਕੀਤੀ ਵੀ ਸ਼ਾਇਦ ਮੇਰਾ ਇਹ ਵੀ ਮਤਲਬ ਤਾਂ ਬਚਾਅ ਹੋ ਗਿਆ, ਵੀ ਜੇ ਹੋ ਸਕਦਾ ਜੇ ਮੈਂ ਉੱਥੋਂ ਨਾ ਲੰਘਿਆ ਹੁੰਦਾ, ਮੈਂ ਨਾ ਅਰਦਾਸ ਕੀਤੀ ਹੁੰਦੀ, ਨਾ ਮੱਥਾ ਟੇਕਿਆ ਹੁੰਦਾ, ਹੋ ਸਕਦਾ ਮੇਰਾ ਕੋਈ ਜ਼ਿਆਦਾ ਨੁਕਸਾਨ ਹੋਣਾ ਹੁੰਦਾ ਤੇ ਪਤਾ ਨਹੀਂ ਤਾਂ ਉਹ ਮੈਂ ਸਿਰ ਨੀਵਾਂ ਕਰਕੇ ਲੰਘਿਆ ਤੇ ਉਸ ਚੀਜ਼ ਨੇ ਮੈਨੂੰ ਬਚਾ ਲਿਆ। ਮੈਂ ਨਹੀਂ ਕਹਿੰਦੀ ਕਿ ਏਦਾਂ ਹੋਇਆ, ਉਹ ਮਤਲਬ ਇੱਕ ਕੋਇਨਸੀਡੈਂਸ ਵੀ ਹੋ ਸਕਦਾ ਆ, ਹਨਾ। ਪਰਮਾਤਮਾ ਤਾਂ ਹਰ ਜਗ੍ਹਾ ਹੀ ਆ, ਪਰ ਮੈਂ ਕਹਿੰਦੀ ਕਿ ਹਰ ਇੱਕ ਚੀਜ਼ ਦਾ, ਹਰ ਇੱਕ ਹਾਦਸੇ ਨੂੰ ਜਾਂ ਹਰ ਇੱਕ ਘਟਨਾ ਨੂੰ ਲੈਣ ਦਾ, ਐਕਸੈਪਟ ਕਰਨ ਦਾ ਵੀ ਜਿਹੜਾ ਤਰੀਕਾ ਵਾ ਉਹ ਅਲੱਗ-ਅਲੱਗ ਹੁੰਦਾ, ਹਨਾ। ਤਾਂ ਉਹਨੂੰ ਇਹ ਲੱਗਿਆ ਕਿ ਚੱਲ ਯਾਰ ਕੋਈ ਨਾ, ਗੱਡੀ ਦੇ ਫਿਰ ਕੀ ਲੱਗ ਗਿਆ, ਉਹ ਤਾਂ ਮੈਂ ਨਾਲ ਦੀ ਨਾਲ ਖੜਾਤੀ, ਉਹ ਤਾਂ ਠੀਕ ਹੋ ਜਾਣੀ ਆ ਵੀ। ਪਰ ਮੈਨੂੰ ਐਂ ਲੱਗਦਾ ਵਾ ਵੀ ਮੇਰੀ ਜ਼ਿੰਦਗੀ ਦਾ ਕੋਈ ਵੱਡਾ ਹਾਦਸਾ ਟਲ ਗਿਆ, ਹਨਾ। ਆਈ ਜਦੋਂ ਮੈਂ ਨਵੀਂ ਕਾਰ ਚਲਾਉਣੀ ਸ਼ੁਰੂ ਕੀਤੀ ਸੀ ਤਾਂ ਮੇਰੇ ਤੋਂ ਥੋੜੇ ਕੁ ਦਿਨਾਂ ਬਾਅਦ ਨਾ ਕ੍ਰੋਸਿੰਗ ਕਰਦਿਆਂ ਹੋਇਆ ਤਾਂ ਮਤਲਬ ਕਿਸੇ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਕ੍ਰੈਚ ਜੇ ਲੱਗ ਗਏ। ਮੈਂ ਘਰੇ ਜਾ ਕੇ ਦੱਸਿਆ ਤੇ ਮੈਂ ਕਿਹਾ ਏਦਾਂ ਕਰਕੇ ਨਾ ਕਾਰ ਦੇ ਸਕ੍ਰੈਚ, ਕਹਿੰਦੇ ਤੈਨੂੰ ਤਾਂ ਨਹੀਂ ਕੁਛ ਹੋਇਆ? ਮੈਂ ਕਿਹਾ ਨਹੀਂ ਮੈਂ ਤਾਂ ਠੀਕ ਹਾਂ, ਵੀ ਉਹਦਾ ਲੱਗਿਆ ਹਲਕਾ ਜਿਹਾ ਹੀ ਆ। ਉਹ ਕਹਿੰਦੇ ਕੋਈ ਨਾ, ਹੁਣ ਸੜਕ ਤੇ ਗੱਡੀ ਚੱਲੂਗੀ ਤਾਂ ਕੁਛ ਤਾਂ ਹੋਊਗਾ ਹੀ, ਹਨਾ। ਨਹੀਂ ਆਪਾਂ ਹਮੇਸ਼ਾ ਉਹਨੂੰ ਇਸ ਚੀਜ਼ ਨਾਲ ਜੋੜ ਲੈਂਦੇ ਵੀ ਨਹੀਂ ਯਾਰ ਇਹ ਲੱਕੀ ਨਹੀਂ ਆ ਮੇਰੇ ਲਈ। ਮਤਲਬ ਲੋਹਾ ਮਸ਼ੀਨਰੀ ਨੂੰ ਤਾਂ ਆਪਾਂ ਬਹੁਤ ਹੀ ਜ਼ਿਆਦਾ ਕਈ ਵਾਰ ਮੰਨ ਲੈਂਦੇ ਵੀ ਨਹੀਂ ਇਹ ਮਸ਼ੀਨਰੀ ਮੇਰੇ ਲਈ ਲੱਕੀ ਨਹੀਂ ਆ, ਹਨਾ। ਆਪਣੇ ਘਰੇ ਕੋਈ ਜੀ ਨਵਾਂ ਆਉਂਦਾ ਹੈ, ਮੰਨ ਲਓ ਕਿਸੇ ਦਾ ਕੋਈ ਵਿਆਹ ਹੋਇਆ ਆ ਜਾਂ ਕਿਸੇ ਬੱਚੇ ਦਾ ਜਨਮ ਹੋਇਆ ਆ, ਉਹਦੇ ਆਉਣ ਨਾਲ ਜੇ ਘਰੇ ਕੋਈ ਮਤਲਬ ਉਹਦੇ ਆਉਣ ਤੋਂ ਬਾਅਦ ਘਰੇ ਕੋਈ ਵੀ ਨੁਕਸਾਨ ਹੋ ਜਾਂਦਾ ਜਾਨੀ ਜਾਂ ਮਾਲੀ, ਹਨਾ, ਤਾਂ ਆਪਾਂ ਇਹ ਮੰਨਣ ਲੱਗ ਜਾਂਦੇ ਯਾਰ ਇਹਦੇ ਕਰਕੇ ਹੋਇਆ, ਯਾਰ ਇਹ ਆਇਆ ਤਾਂ ਹੋਇਆ, ਹਨਾ। ਹੋਣਾ ਚਾਹੇ ਉਹ ਕੁਦਰਤੀ ਸੀਗਾ ਹੀ ਸੀਗਾ, ਪਰ ਆਪਾਂ ਉਸੇ ਦਿਨ ਤੋਂ ਨਾ ਉਸ ਇਨਸਾਨ ਦੇ ਲਈ ਆਪਣਾ ਇੱਕ ਉਹ ਬਣਾ ਲੈਂਦੇ ਆ, ਮਾਈਂਡ ਸੈਟ ਬਣਾ ਲੈਂਦੇ ਆ ਵੀ ਯਾਰ ਇਹ ਜਦੋਂ ਆਇਆ ਸੀ ਨਾ ਉਦੋਂ ਆਏ ਹੋਏ ਸਹੀ ਗੱਲ ਹੈ। ਕਈ ਨਿਆਣਿਆਂ ਦੇ ਤਾਂ ਨਾਂ ਵੀ ਮਤਲਬ ਜਨਮ ਟਾਈਮ ਉਵੇਂ ਪਏ ਨੇ ਵੀ ਜਦੋਂ ਇਹ ਜੰਮਿਆ ਸੀ ਉਦੋਂ ਹਨੇਰੀ ਬਹੁਤ ਚੱਲੀ ਸੀ, ਉਦੋਂ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਸੀ ਨਾ। ਉਹ ਮੈਨੂੰ ਲੱਗਦਾ ਹੁੰਦਾ ਕਿ ਘਟਨਾਵਾਂ ਤਾਂ ਵਾਪਰਨੀਆਂ ਹੀ ਵਾਪਰਨੀਆਂ ਨੇ, ਪਰ ਆਪਾਂ ਉਹਨਾਂ ਨੂੰ ਨਾ ਆਪਣੀ ਮਤਲਬ ਦੇ ਦਿੰਦੇ ਆ ਵੀ ਇਹ ਤਾਂ ਵਾਪਰੀ ਆ, ਹਨਾ। ਜਾਂ ਹੋ ਸਕਦਾ ਇਹਦੇ ਨਾਲ ਆਏ ਹੋਇਆ ਸੀਗਾ ਤੇ ਤਾਂ ਏਦਾਂ ਹੋਇਆ ਆ, ਹਨਾ। ਮੈਨੂੰ ਲੱਗਦਾ ਹੁੰਦਾ ਕਿ ਸਿਰਫ ਤੁਹਾਡੇ ਸੋਚਣ ਦਾ ਨਜ਼ਰੀਆ ਵਾ। ਕਈ ਵਾਰੀ
ਕੋਈ ਬਹੁਤ ਵੱਡੀ ਘਟਨਾ ਤੁਹਾਡੇ ਨਾਲ ਹੋ ਜਾਂਦੀ ਹੈ, ਤੁਸੀਂ ਉਹਨੂੰ ਵੀ ਕਹਿੰਦੇ ਹੋ ਯਾਰ ਮੈਨੂੰ ਹੋ ਸਕਦਾ ਮੇਰਾ ਇਹ ਤੋਂ ਵੱਧ ਨੁਕਸਾਨ ਹੋ ਜਾਣਾ ਹੁੰਦਾ ਵੀ, ਪਰ ਵੀ ਸ਼ੁਕਰ ਆ ਵੀ ਕਿਤੇ ਮਤਲਬ ਉਹ ਐਡਾ ਨੁਕਸਾਨ ਹੋਣ ਦੀ ਬਜਾਏ ਮੇਰੇ ਥੋੜੀ ਬਹੁਤੀ ਸੱਟ ਫੇਟ ਲੱਗੀ ਹੈ ਨਾ। ਕਈ ਵਾਰੀ ਕੋਈ ਐਕਸੀਡੈਂਟ ਤੁਸੀਂ ਹੋਇਆ ਦੇਖਦੇ ਹੋ ਤਾਂ ਜਦੋਂ ਤੁਸੀਂ ਵਹੀਕਲ ਨੂੰ ਦੇਖਦੇ ਹੋ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਹੁੰਦਾ ਕਿ ਬੰਦਾ ਬਚਿਆ ਹੋਊਗਾ, ਪਰ ਉਸ ਇਨਸਾਨ ਦੇ ਕਈ ਵਾਰ ਝਰੀਟ ਵੀ ਨਹੀਂ ਆਈ ਹੁੰਦੀ ਹੈ ਨਾ, ਬਿਲਕੁਲ ਤਾਂ ਬੰਦਾ ਕਹਿੰਦਾ ਕਿ ਸ਼ੁਕਰ ਆ ਮਤਲਬ ਮਸ਼ੀਨਰੀ ਤਾਂ ਫੇਰ ਬਣ ਗਈ, ਮੇਰੀ ਜਾਨ ਤਾਂ ਬਚੀ ਹੈ ਨਾ। ਕਈ ਵਾਰੀ ਜਾਨ ਬਚ ਜਾਂਦੀ ਹੈ, ਬੰਦਾ ਮਸ਼ੀਨਰੀ ਨੂੰ ਰੋਈ ਜਾਂਦਾ ਹੁੰਦਾ ਬਿਲਕੁਲ ਹਨਾ, ਯਾਰ ਮੇਰੀ ਗੱਡੀ ਚਲੇ ਗਈ। ਬਸ ਸੋਚਣ ਦਾ ਤਰੀਕਾ ਵਾ ਵੀ ਤੁਸੀਂ ਕੀ ਸੋਚਦੇ ਹੋ, ਤਾਂ ਉਹੀ ਤੁਹਾਡੀ ਜ਼ਿੰਦਗੀ ਬਣ ਜਾਂਦੀ ਆ। ਬਹੁਤ ਸਾਰੇ ਲੋਕ ਨੇ ਜਿਵੇਂ ਆਪਾਂ ਕਹਿੰਦੇ ਯਾਰ ਬਿਜ਼ਨਸ ਸ਼ੁਰੂ ਕਰ ਲਿਆ, ਆਪਾਂ ਕਹਿੰਦੇ ਮੇਰੇ ਕੋਲੇ ਕੁਝ ਵੀ ਨਹੀਂ ਸੀਗਾ, ਆਪਾਂ ਕਹਿੰਦੇ ਯਾਰ ਅੱਜ ਉਹ ਇੰਨੇ ਕਰੋੜਾਂ ਦੀ ਟਰਨਓਵਰ ਆ ਉਹਨਾਂ ਦੀ, ਹੈ ਨਾ, ਅੱਜ ਉਹ ਇੰਨੇ ਕਰੋੜ ਦਾ ਮਾਲਕ ਆ। ਤਾਂ ਆਪਣੇ ਸਾਹਮਣੇ ਕਿੰਨੀਆਂ ਐਗਜ਼ਾਮਪਲਸ ਨੇਗੀਆਂ, ਉਹ ਲੋਕ ਨੇ ਜਿਨ੍ਹਾਂ ਨੇ ਜਮੇ ਹੀ ਜ਼ੀਰੋ ਤੋਂ ਸਕ੍ਰੈਚ ਤੋਂ ਸ਼ੁਰੂ ਕੀਤਾ ਆ, ਹੈ ਨਾ। ਕੀ ਸੀਗਾ ਉਹਨਾਂ ਨੂੰ, ਉਹਨਾਂ ਦਾ ਇੱਕ ਰਵੱਈਆ ਹੀ ਸੀਗਾ ਸੋਚਣ ਦਾ, ਐਟੀਟਿਊਡ ਸੀਗਾ, ਪੋਜ਼ਿਟਿਵਿਟੀ ਸੀਗੀ ਕਿ ਯਾਰ ਜੇ ਸੋਚਿਆ ਤਾਂ ਹੋ ਵੀ ਜਾਊਗਾ। ਆਪਣੇ ਜਿਹੜਾ ਪੁਰਾਣਾ ਆਫਿਸ ਹੁੰਦਾ ਸੀਗਾ ਨਾ, ਉੱਥੇ ਮੇਰੇ ਡੈਸਕ ਤੇ ਨਾ ਮੈਂ ਕਈ ਪਿਕਚਰਸ ਕੱਢ ਕੇ ਲਾਈਆਂ ਹੋਈਆਂ ਸੀਗੀਆਂ, ਜਿਵੇਂ ਆਪਣੇ ਕੁਝ ਪੰਜਾਬੀ ਲੇਖਕ ਸੀਗੇ, ਕੁਝ ਸੈਲੀਬ੍ਰਿਟੀਜ਼ ਦੀਆਂ। ਤਾਂ ਉੱਥੇ ਕੋਈ ਆਇਆ, ਮੈਂ ਉਦੋਂ ਹੈ ਨਹੀਂ ਸੀ, ਤਾਂ ਉਹਨਾਂ ਨੇ ਮੈਮ ਨੂੰ ਪੁੱਛਿਆ, ਪਿਕ ਮੈਮ ਨੂੰ, ਵੀ ਇਹ ਕਿਹਦਾ ਡੈਸਕ? ਉਹ ਕਹਿੰਦੇ ਵੀ ਇਹ ਗੁਰਦੀਪ ਦਾ ਡੈਸਕ ਆ। ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਇੰਟਰਵਿਊ ਕਰਨਾ, ਉਹ ਕਹਿੰਦੇ ਵੀ ਪਤਾ ਨਹੀਂ ਵੀ ਸ਼ਾਇਦ ਉਹਨਾਂ ਨੇ ਉੱਦਾਂ ਹੀ ਲਾਈਆਂ ਹੋਈਆਂ ਨੇ, ਵੀ ਉਹਨਾਂ ਨੂੰ ਵਧੀਆ ਲੱਗਦਾ ਹੈ। ਉਹ ਕਹਿੰਦੇ ਦੇਖਿਓ ਵੀ ਇੱਕ ਦਿਨ ਇਹ ਸਭ ਨੂੰ ਇੰਟਰਵਿਊ ਕਰਨਗੇ। ਉਹ ਚੀਜ਼ ਵੀ ਮਤਲਬ ਕਈ ਲੋਕੀ ਹਰ ਇੱਕ ਚੀਜ਼ ਨੂੰ ਕਿੰਨੀ ਪੋਜ਼ਿਟਿਵਿਟੀ ਦੇ ਨਾਲ ਦੇਖਦੇ ਨੇ ਨਾ, ਉਸ ਤੁਹਾਡੇ ਛੋਟੇ ਛੋਟੇ ਮੂਵਸ ਨੂੰ ਵੀ ਤੁਹਾਡਾ ਟਾਰਗੇਟ ਗਿਣਦੇ ਨੇਗੇ, ਯਾਰ ਇਹ ਬੰਦੇ ਦਾ ਇਹ ਏਮ ਹੋ ਸਕਦਾ ਆ, ਹਨਾ। ਸੋ ਮੈਂ ਕਈ ਵਾਰੀ ਜ਼ਿੰਦਗੀ 'ਚ ਕਿਸੇ ਕੋਲੇ ਬਹੁਤ ਜ਼ਿਆਦਾ ਸਾਧਨ ਹੋਣ ਦੇ ਬਾਵਜੂਦ ਵੀ ਉਹ ਜ਼ਿੰਦਗੀ 'ਚ ਕੁਛ ਨਹੀਂ ਬਣਦਾ ਹੈਗਾ, ਕਈਆਂ ਕੋਲੇ ਕੁਛ ਵੀ ਨਹੀਂ ਹੁੰਦਾ ਤੇ ਉਹ ਜ਼ਿੰਦਗੀ 'ਚ ਕਿੰਨੇ ਕਾਮਯਾਬ ਤੇ ਕਿੰਨੇ ਮਕਬੂਲ ਵੀ ਹੋ ਜਾਂਦੇ ਨੇ, ਹਨਾ। ਅਸਲ 'ਚ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਸ਼ੁਕਰਾਨੇ ਤੇ ਹੀ ਖੜੀਆਂ ਨੇ। ਵੀ ਜੇ ਤੁਸੀਂ ਕੁਦਰਤ ਦਾ ਸ਼ੁਕਰਾਨਾ ਕਰਦੇ ਹੋ ਵੀ ਅੱਜ ਤੂੰ ਮੈਨੂੰ 2 ਰੋਟੀਆਂ ਖਾਣ ਜੋਗਾ ਕੀਤਾ, ਹਨਾ, ਤਾਂ ਉਹ ਤੁਹਾਨੂੰ ਕੱਲ ਨੂੰ 4 ਜੋਗਾ ਵੀ ਕਰੂਗੀ। ਜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਹੀ ਕਰਦੇ ਹੋ ਨਾ ਵੀ ਮੈਨੂੰ 2 ਹੀ ਕਿਉਂ ਮਿਲੀਆਂ, ਮੈਨੂੰ ਲੱਗਦਾ ਫਿਰ ਕੱਲ ਨੂੰ ਤੁਹਾਡੀ ਥਾਲੀ 'ਚ 1 ਵੀ ਹੋ ਸਕਦੀ ਆ। ਤੇ ਆਪਾਂ ਨੂੰ ਕੁਦਰਤ ਜਦੋਂ ਜ਼ਿੰਦਗੀ ਦਿੰਦੀ ਆ, ਉਹ ਲਿਖ ਕੇ ਨਹੀਂ ਦਿੰਦੀ ਵੀ ਤੇਰੀ ਸਾਰੀ ਉਮਰ ਸਮੂਥ ਹੀ ਚੱਲੂਗੀ, ਹਨਾ। ਤੇ ਉਹ ਤਾਂ ਉਹਦਾ ਭੇਦ ਹੈ ਕਿ ਉਹਨੇ ਤੁਹਾਡੇ ਨਾਲ ਕੀ ਕਰਨਾ। ਪਰ ਇਹ ਗੱਲ ਜ਼ਰੂਰ ਆ ਵੀ ਜੋ ਕੁਦਰਤ ਕਰਦੀ ਆ ਉਹ ਹੋ ਕੇ ਰਹਿੰਦਾ, ਪਰ ਹਾਂ ਤੁਸੀਂ ਝੱਲਦੇ ਕਿਵੇਂ ਹੋ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ। ਜਿਵੇਂ ਇੱਕ ਵਾਰੀ ਨਾ ਮੇਰੇ ਮੰਮੀ, ਅਸੀਂ ਜਿਵੇਂ ਬਹੁਤ ਗੱਲਾਂ ਕਰਦੇ ਹਾਂ, ਤਾਂ ਮੇਰੇ ਮੰਮੀ ਕਹਿੰਦੇ ਵੀ ਮਾਂ ਨੂੰ ਦੇਖ ਲਓ ਸਾਰੇ ਘਰ 'ਚ ਪਤਾ ਹੁੰਦਾ ਵੀ ਕਿਹਦੀ ਥਾਲੀ 'ਚ ਉਹਨੇ ਕੀ ਧਰਨਾ ਤੇ ਕਿਹਦੀ 'ਚ ਕੀ ਧਰਨਾ, ਹਨਾ, ਵੀ ਉਹਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਨਿਆਣੇ ਨੂੰ ਕਿਹੜੀ ਸਬਜ਼ੀ ਪਸੰਦ ਆ। ਤੇ ਮੈਂ ਕਿਹਾ ਵੀ ਅਸੀਂ ਇਹ ਚੀਜ਼ਾਂ ਜਿਵੇਂ ਆਪ ਜਦੋਂ ਮੈਂ ਆਪਦੇ ਨਿਆਣਿਆਂ ਨੂੰ ਦੱਸਦੀ ਹਾਂ ਨਾ ਵੀ ਐਵੇਂ ਕੁਦਰਤ ਆ, ਉਹਨੂੰ ਅਸਲ 'ਚ ਪਤਾ ਹੈ ਕਿ ਕਿਹੜਾ ਕੀ ਮੰਗਦਾ ਉਹਨੂੰ ਕੀ ਭੇਜਣਾ, ਹਨਾ, ਕਿਹੜਾ ਕੀ ਚਾਹੁੰਦਾ ਉਹਨੂੰ ਕੀ ਮਿਲਣਾ ਚਾਹੀਦਾ। ਤੇ ਹੁਣ ਜਦੋਂ ਅਸੀਂ ਚਾਹੇ ਤਕਲੀਫ ਰਹੇ ਹਾਂ, ਕਈ ਲੋਕ ਆਪਣੀ ਤਕਲੀਫ ਨੂੰ ਇੰਜੋਏ ਕਰਨ ਲੱਗ ਜਾਂਦੇ ਨੇ, ਤੇ ਰੱਬ ਤੁਹਾਨੂੰ ਉਵੇਂ ਦੀਆਂ ਚੀਜ਼ਾਂ ਤੁਹਾਡੀ ਥਾਲੀ 'ਚ ਪਰੋਸ ਕੇ ਦਿੰਦਾ ਆ ਵੀ ਇਹ ਇਹਦੇ 'ਚ ਹੀ ਖੁਸ਼ ਆ, ਵੀ ਇਹ ਇਹਦੇ 'ਚ ਖੁਸ਼ ਆ। ਸਹੀ ਗੱਲ ਹੈ ਕਿ ਜਦੋਂ ਹੁਣ ਅਸੀਂ ਇੰਜੋਏ ਉਸ ਚੀਜ਼ ਨੂੰ ਕਰਦੇ ਪਏ ਹਾਂ, ਹੁਣ ਜੇ ਸਾਨੂੰ ਖੁਸ਼ੀ ਮਿਲਦੀ ਆ ਅਸੀਂ ਉਹਦੇ 'ਚ ਖੁਸ਼ ਨਹੀਂ ਹੋ ਰਹੇ। ਸਾਨੂੰ ਰੱਬ ਨੇ ਬਹੁਤ ਕੁਛ ਦਿੱਤਾ, ਅਸੀਂ ਮੰਨਦੇ ਨਹੀਂ ਵੀ ਇਹ ਰੱਬ ਦੀ ਕੁਦਰਤ ਦੀ ਦੇਣ ਆ ਜਿਹਨੇ ਸਾਨੂੰ ਇੰਨਾ ਕੁਛ ਬਖਸ਼ਿਆ, ਹਨਾ। ਹੁਣ ਉਹ ਤੁਹਾਨੂੰ ਕਿਵੇਂ ਪਰੋਸ ਦੂਗੀ ਉਹ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਹੋਈ ਨਹੀਂ। ਚਾਹੀਦਾ ਤਾਂ ਤੁਹਾਨੂੰ ਸਾਰਾ ਦਿਨ ਦਾ ਰੋਣਾ ਧੋਣਾ। ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਵੀ ਜੇ ਤੁਸੀਂ ਆਪਣੇ ਸਰੀਰ ਨੂੰ ਕਹਿਣ ਲੱਗ ਜਾਓ ਨਾ ਵੀ ਮੇਰੀ ਆਹ ਲੱਤ ਦੁਖਦੀ ਆ, ਨਹੀਂ ਵੀ ਦੁਖਦੀ ਰਾਤ ਤੱਕ ਦੁਖਣ ਲੱਗ ਜੂਗੀ, ਕਿਉਂਕਿ ਤੁਸੀਂ ਕਮਾਂਡ ਕਰ ਰਹੇ ਹੋ ਨਾ ਵੀ ਤੂੰ ਦੁੱਖ, ਹੈ ਨਾ। ਕਈ ਲੋਕ ਘਰ ਦੀ ਲੜਾਈ ਨਹੀਂ ਝੱਲ ਸਕਦੇ, ਕਈ ਲੋਕਾਂ ਨੇ ਵੱਡੇ ਵੱਡੇ ਯੁੱਧ ਵੀ ਝੱਲੇ ਨੇ, ਹਨਾ। ਤੇ ਇਹ ਸਾਰਾ ਕੁਛ ਕੀ ਆ, ਬੰਦੇ ਦਾ ਐਟੀਟਿਊਡ ਹੈ। ਹੁਣ ਜੇ ਆਪਾਂ ਕਹਿੰਦੇ ਨੇ ਕਈ ਮਰਦੇ ਵੀ ਉੱਠ ਕੇ ਖੜੇ ਹੋ ਜਾਂਦੇ ਨੇ, ਕਿਵੇਂ ਖੜੇ ਹੋ ਜਾਂਦੇ ਨੇ, ਉਹ ਕਹਿੰਦੇ ਨੇ ਵੀ ਮੈਂ ਹੋਣਾ ਹੀ ਹੋਣਾ, ਮੈਂ ਜ਼ਿੰਦਗੀ ਜਿਉਣੀ ਆ, ਮੈਂ ਤੁਰਨਾ ਹੈ ਉੱਠ ਕੇ। ਤੇ ਕਈ ਚੰਗੇ ਭਲੇ ਵੀ ਤੁਸੀਂ ਸ਼ਾਮ ਨੂੰ ਘਰੇ ਜਾਓਗੇ ਬੈੱਡ ਤੇ ਪਏ ਹੋਣਗੇ, ਕਹਿਣਗੇ ਪਤਾ ਨਹੀਂ ਅੱਜ ਚਿੱਤ ਜਿਹਾ ਨਹੀਂ ਰਾਜੀ, ਹਨਾ। ਮਤਲਬ ਉਹ ਚਿੱਤ ਨਹੀਂ ਰਾਜੀ ਤਾਂ ਸਰੀਰ ਨੂੰ ਵੀ ਕਹਿਣ ਲੱਗ ਜਾਣਗੇ ਵੀ ਤੂੰ ਵੀ ਨਹੀਂ ਰਾਜੀ। ਕਿੰਨੀਆਂ ਐਗਜ਼ਾਮਪਲਸ ਨੇ ਭੈਣੇ, ਆਪਾਂ ਸਿਰਨਾਵਾ ਕੀਤਾ ਸੀ ਮਨਜੀਤ ਭਾਜੀ ਉਹਨਾਂ ਨੇ, ਅਰੁਣਿਮਾ ਸਿਨਹਾ ਦਾ, ਜਿਹੜੇ ਕਿ ਦੇਖ ਲਓ ਮਤਲਬ ਆਪਾਂ ਜਿਵੇਂ ਮੈਂ ਕਹਿਣਾ ਵੀ ਕਈਆਂ ਕੋਲੇ ਬਹੁਤ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਉਹ ਕਿਤੇ ਨਹੀਂ ਪਹੁੰਚਦੇ, ਤੇ ਕਈਆਂ ਕੋਲੇ ਕੁਛ ਵੀ ਨਹੀਂ ਹੁੰਦਾ, ਉਹ ਜ਼ਿੰਦਗੀ ਦੀ ਹਰ ਮੰਜ਼ਿਲ ਹਾਸਲ ਕਰ ਲੈਂਦੇ ਨੇ। ਵੀ ਲੱਤਾਂ ਵਾਲੇ ਵੀ, ਹੁਣ ਆਪਾਂ ਸਾਬਤ ਸੂਰਤਾਂ, ਹਨਾ, ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਸਾਰੇ ਅੰਗ ਸਾਬਤ ਨੇਗੇ। ਆਪਾਂ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਮੈਂ ਮਾਊਂਟ ਐਵਰੈਸਟ ਸਰ ਕਰ ਲਵਾਂ। ਸਹੀ ਗੱਲ। ਪਰ ਉਹਨਾਂ ਕੋਲੇ ਲੱਤ ਵੀ ਨਹੀਂ ਸੀਗੀ, ਤਾਂ ਵੀ ਉਹਨਾਂ ਨੇ ਸੋਚਿਆ ਕਿ ਮੈਂ ਮਾਊਂਟ ਐਵਰੈਸਟ ਤੇ ਚੜ੍ਹਨਾ। ਉਹਨਾਂ ਨੇ ਸੋਚਿਆ ਸੀਗਾ
ਤੇ ਉਹਨਾਂ ਨੇ ਸੱਚੀ ਸਰਵ ਵੀ ਕੀਤਾ। ਮੈਂ ਇਹੀ ਗੱਲ ਤੁਹਾਨੂੰ ਕਹਿਣ ਲੱਗੀ ਸੀ ਵੀ ਕਈ ਸਾਈਕਲਾਂ ਤੇ ਦੁਨੀਆ ਘੁੰਮ ਲੈਂਦੇ ਆ, ਕਈਆਂ ਨੂੰ ਜਹਾਜ਼ਾਂ 'ਚ ਵੀ ਔਖ ਲੱਗਦੀ ਆ ਵੀ ਉਹ ਗੱਲ ਕੀ ਆਏ ਤਾਂ ਨਹੀਂ ਵੀ ਜਹਾਜ਼ 'ਚ ਬੈਠੇ ਨੂੰ ਕਿਸੇ ਨੂੰ ਤਕਲੀਫ ਹੁੰਦੀ ਆ, ਐਟੀਟਿਊਡ ਦੀ ਗੱਲ ਹੈ ਸਾਰੀ। ਹਾਂ ਸਹੀ ਗੱਲ ਆ। ਆਪਾਂ ਜਿਵੇਂ ਹੁਣ ਆਪਾਂ ਨੂੰ ਪਿੱਛੇ ਜਿਹੇ ਨਵੀਂ ਕਾਰ ਮਿਲੀ, ਆਫਿਸ 'ਚ ਆਪਣੀ ਨਵੀਂ ਕਾਰ ਲਈ ਆ, ਤੇ ਆਪਣਾ ਹਰਮਨ ਕਹਿ ਰਿਹਾ ਇਹ ਤੇ ਸਨਰੂਫ ਨਹੀਂ ਹੈਗੀ। ਮੈਂ ਕਿਹਾ ਮਾਮਾ ਤੈਨੂੰ ਬੈਠੇ ਬਿਠਾਏ ਨੂੰ ਲੱਖਾਂ ਦੀ ਕਾਰ ਮਿਲ ਗਈ ਤੇ ਤੂੰ ਹਲੇ ਵੀ ਸਨਰੂਫ ਭਾਲਦਾ ਆ। ਸਹੀ ਗੱਲ ਹੈ। ਤੇ ਚਲੋ ਅਸੀਂ ਹੱਸਦੇ ਸੀਗੇ ਆਪਸ 'ਚ, ਪਰ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ 'ਚ ਜਿੰਨਾ ਤੁਹਾਨੂੰ ਮਿਲਿਆ ਤੁਸੀਂ ਉਸ ਦਾ ਸ਼ੁਕਰਾਨਾ ਕਰੋਗੇ ਨਾ ਤਾਂ ਜ਼ਿੰਦਗੀ ਤੁਹਾਨੂੰ ਦੁੱਗਣਾ ਦਿੰਦੀ ਆ, ਬਿਲਕੁਲ, ਤੇ ਪੋਜ਼ਿਟਿਵ ਦਿੰਦੀ ਆ। ਮੈਂ ਨਹੀਂ ਕਹਿੰਦੀ ਕਿ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਦੁੱਖ ਤਕਲੀਫ ਨਹੀਂ ਆਊਗੀ, ਪਰ ਜੇ ਆਊਗੀ ਵੀ ਨਾ ਤਾਂ ਤੁਹਾਨੂੰ ਝੱਲਣ ਦਾ ਉਹ ਵੱਲ ਵੀ ਦੇ ਦਿੰਦੀ ਆ, ਹੈਨਾ। ਇਹੀ ਗੱਲ ਲੱਗਦੀ ਪਰ ਹਾਏ ਕਿਉਂ ਹੋ ਗਿਆ ਕਹਿਣ ਦੀ ਬਜਾਏ ਜੇ ਆਪਾਂ ਇਹ ਕਹੀਏ ਨਾ ਵੀ ਸ਼ੁਕਰ ਆ ਸ਼ਾਇਦ ਇਸ ਤੋਂ ਵੀ ਵੱਡਾ ਵਾਪਰ ਸਕਦਾ ਸੀਗਾ। ਆਪਣੇ ਘਰਾਂ 'ਚ ਆਪਾਂ ਨੂੰ ਟੋਕਦੇ ਹੁੰਦੇ ਨੇ ਹਾਏ ਕਹਿਣ ਤੋਂ, ਜਾਂ ਵਿਚਾਰਾ ਜਾਂ ਵਿਚਾਰੀ, ਜੇ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਤਾਂ ਆਪਣੇ ਸੱਚੀ ਵੱਡੇ ਜਦੇ ਟੋਕ ਦਿੰਦੇ ਨੇ, ਹਾਏ ਨਹੀਂ ਕਹੀਦਾ ਹੁੰਦਾ ਕਿਸੇ ਨੂੰ। ਮੇਰੇ ਮਾਸੀ ਜੀ ਤਾਂ ਬਹੁਤ ਹੀ ਜ਼ਿਆਦਾ ਟੋਕਦੇ ਹੁੰਦੇ ਸੀ, ਜੇ ਕਿਸੇ ਨੇ ਕਹਿ ਦੇਣਾ ਹਾਏ ਅੱਜ ਹਲੇ ਉੱਥੇ ਜਾਣਾ, ਉਹਨਾਂ ਨੇ ਕਹਿਣਾ ਫਿਰ ਜਾਇਆ ਉਹ 'ਚ ਹਾਏ ਵਾਲੀ ਕਿਹੜੀ ਗੱਲ ਆ। ਜਿਹੜੇ ਮੇਰੇ ਦਾਦੀ ਸੀ ਨਾ ਗੁਰਦੀਪ, ਜਿਵੇਂ ਆਪਣੇ ਘਰਾਂ 'ਚ ਆਦਤ ਹੁੰਦੀ ਆ ਵੀ ਜਦੋਂ ਚੁੱਲ੍ਹੇ 'ਚ ਅੱਗ ਜੀ ਬਲਦੀ ਹੁੰਦੀ ਆ ਨਾ, ਉਹ ਠੰਡੀ ਜਿਹੀ ਹੋ ਜਾਂਦੀ ਹੈ ਥੋੜੀ ਜਿਹੀ, ਉਹ ਲੋਕੀ ਜਾਂ ਗੈਸ ਤੇ ਜਿਵੇਂ ਗਰਮ ਤਵਾ ਪਿਆ ਉਹਦੇ ਉੱਤੇ ਦੁੱਧ ਵਾਲਾ ਜੱਗ ਧਰ ਦਿੰਦੇ ਹੁੰਦੇ ਆ ਸਿਆਲਾਂ 'ਚ ਰਾਤ ਨੂੰ ਨਾ, ਵੀ ਥੋੜਾ ਗਰਮ ਠਹਿਰ ਕੇ ਪੀਵਾਂਗੇ, ਤੇ ਉਹ ਧਰਨ ਨਹੀਂ ਸੀ ਦਿੰਦੇ। ਮਤਲਬ ਅਸੀਂ ਸੋਚਣਾ ਵੀ ਇਹਦੇ 'ਚ ਕੀ ਆ, ਲੋਕ ਚਾਹ ਵੀ ਰੱਖ ਕੇ ਪੀਂਦੇ ਆ, 100 ਚੀਜ਼ਾਂ, ਸਬਜ਼ੀ ਵੀ ਆਪਾਂ ਗਰਮ ਕਰ ਲੈਂਦੇ ਹਾਂ। ਉਹ ਕਹਿੰਦੇ ਹੁੰਦੇ ਸੀ ਵੀ ਰਾਤ ਨੂੰ ਜਦੋਂ ਨਾ ਕਿਸੇ ਬੰਦੇ ਨੇ ਸੌਣਾ ਹੁੰਦਾ ਵੀ ਉਹ ਦੁੱਧ ਸੜਦਾ ਉੱਤੇ ਪਿਆ, ਜੱਗ 'ਚ ਪਿਆ, ਚਾਹੇ ਕਿਸੇ ਵੀ ਚੀਜ਼ 'ਚ, ਤਵੇ ਤੇ ਕਿੰਨਾ ਚਿਰ ਸੜੀ ਜਾਂਦਾ। ਕਹਿੰਦੇ ਵੀ ਸੜੀ ਚੀਜ਼ ਕਿਸੇ ਨੂੰ ਪਿਆਉਂਗੇ ਤਾਂ ਸਾਰੀ ਰਾਤ ਉਹਦੀ ਇਹੋ ਜਿਹੀ ਉਹ ਲੰਘੂ ਨਾ, ਵੀ ਸਵੇਰੇ ਉੱਠ ਕੇ ਸੜੇ ਮਨ ਨਾਲ ਉੱਠੂਗਾ। ਤੇ ਪੁਰਾਣੇ ਲੋਕ ਦੇਖੋ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦਾ ਵਹਿਮ ਕਰਦੇ ਹੁੰਦੇ ਸੀਗੇ, ਹਨਾ। ਹੁਣ ਆਪਾਂ ਕਹਿ ਦਿੰਦੇ ਵੀ ਇਹ ਸਭ ਕੁਝ ਪੁਰਾਣਾ ਹੈ, ਪਰ ਮੈਨੂੰ ਲੱਗਦਾ ਵੀ ਉਹਨਾਂ ਚੀਜ਼ਾਂ 'ਚ ਵੀ ਸਾਇੰਸ ਸੀਗੀ। ਆਪਾਂ ਕਹਿੰਦੇ ਵੀ ਚੰਗੇ ਮਨ ਨਾਲ ਖਵਾਓ, ਮਤਲਬ ਉਹ ਇਹ ਵੀ ਸੋਚਦੇ ਸੀ ਵੀ ਜਿਹੜੀ ਚੀਜ਼ ਬੰਦੇ ਦੇ ਅੰਦਰ ਜਾਂਦੀ ਆ ਵੀ ਉਹ ਅਸਲ 'ਚ ਚੀਜ਼ ਦਾ ਵੀ ਕੀ ਸੁਭਾਅ ਹੈ, ਹਨਾ। ਆਪਾਂ ਠੰਡੀ ਜਾਂ ਗਰਮ ਤਸੀਰ ਦੀਆਂ ਚੀਜ਼ਾਂ ਸੋਚ ਕੇ ਖਾਂਦੇ ਆ, ਤੇ ਐਵੇਂ ਹੀ ਦੁਨੀਆ ਤੇ ਆਪਣਾ ਵਿਚਰਨਾ ਹੁੰਦਾ ਵੀ ਜਿਸ ਤਸੀਰ ਨਾਲ, ਜਿਸ ਰੂਹ ਨਾਲ ਅਸੀਂ ਵਿਚਰਦੇ ਆ, ਸਾਨੂੰ ਆਲੇ ਦੁਆਲੇ ਸਭ ਕੁਝ ਉਵੇਂ ਦਾ ਮਿਲਦਾ। ਜਿਹੜੇ ਮਨ ਨਾਲ ਵਿਚਰੋਗੇ, ਬੀਬੀ ਦੇ ਕਹਿਣ ਨੂੰ ਸੜੇ ਮਨ ਨਾਲ ਵਿਚਰੋਗੇ ਤਾਂ ਸੜਿਆ ਹੀ ਮਿਲੂਗਾ, ਹੈਨਾ। ਖੁਸ਼ ਹੋ ਕੇ ਉਹੀ ਆ ਵੀ ਜ਼ਿੰਦਗੀ ਤਾਂ ਆਪਾਂ ਜਿਉਣੀ ਹੋਈ ਆ, ਜਿਵੇਂ ਤੁਸੀਂ ਕਿਹਾ ਵੀ ਇਹ ਬੰਦੇ ਤੇ ਡਿਪੈਂਡ ਕਰਦਾ ਵੀ ਦਿਨ ਤਾਂ ਉਹਨੇ ਕੱਢਣਾ ਹੀ ਆ, ਹੱਸ ਕੇ ਕੱਢ ਲਓ ਚਾਹੇ ਰੋ ਕੇ ਕੱਢ ਲਓ, ਉਹ ਨਿਕਲ ਤਾਂ ਜਾਣਾ ਹੀ ਆ, ਹਨਾ। ਸਹੀ ਗੱਲ। ਇਹ ਨਹੀਂ ਹੈਗਾ ਵੀ ਜੇ ਤੁਸੀਂ ਰੋਂਦੇ ਰਹੋਗੇ ਤਾਂ ਚੀਜ਼ਾਂ ਤੁਹਾਡੇ ਫੇਵਰ 'ਚ ਆ ਜਾਣਗੀਆਂ ਕਿਉਂਕਿ ਤੁਸੀਂ ਰੋ ਰਹੇ ਹੋ, ਹਨਾ। ਜਾਂ ਜੇ ਤੁਸੀਂ ਹੱਸ ਰਹੇ ਹੋ ਤਾਂ ਤੁਹਾਡੇ ਨਾਲ ਕੁਝ ਜ਼ਿੰਦਗੀ 'ਚ ਮਾੜਾ ਨਹੀਂ ਹੋਊਗਾ, ਪਰ ਇਹ ਆ ਵੀ ਜਿੰਨਾ ਤੁਹਾਡਾ ਐਟੀਟਿਊਡ ਪੋਜ਼ਿਟਿਵ ਹੋਊਗਾ, ਤੁਹਾਡਾ ਸੋਚਣ ਦਾ ਨਜ਼ਰੀਆ ਪੋਜ਼ਿਟਿਵ ਹੋਊਗਾ, ਤੁਸੀਂ ਹਾਂ ਪੱਖੀ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿਓਗੇ, ਜ਼ਿੰਦਗੀ 'ਚ ਕੀ ਹੈਗਾ ਇਸ ਚੀਜ਼ ਤੇ ਜ਼ਿਆਦਾ ਧਿਆਨ ਦਿਓਗੇ ਬਜਾਏ ਇਸ ਦੇ ਕਿ ਮੇਰੇ ਕੋਲ ਕੀ ਨਹੀਂ ਹੈਗਾ, ਤਾਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਕਿ ਤੁਹਾਡੀ ਜ਼ਿੰਦਗੀ ਹੋ ਕਿੱਦਾਂ ਦੀ, ਹੈ ਨਾ। ਸੋ ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ 'ਚ ਸਾਨੂੰ ਪੋਜ਼ਿਟਿਵਿਟੀ ਦੇਖਣੀ ਚਾਹੀਦੀ। ਜਦੋਂ ਅਸੀਂ ਨਾ ਪੱਤਰਕਾਰੀ ਦੀ ਪੜ੍ਹਾਈ ਪੜ੍ਹਦੇ ਸੀਗੇ ਤਾਂ ਸਾਡੇ ਪ੍ਰੋਫੈਸਰ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਸੀ ਕਿ ਤੁਹਾਡੇ ਸਾਹਮਣੇ ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਪਿਆ, ਹੈ ਨਾ। ਉਹ ਕਹਿੰਦੇ ਵੀ ਹੁਣ ਇਹ ਨਜ਼ਰੀਆ ਕਈਆਂ ਨੂੰ ਅੱਧਾ ਖਾਲੀ ਲੱਗੂਗਾ, ਕਈਆਂ ਨੂੰ ਅੱਧਾ ਭਰਿਆ ਲੱਗੂ। ਹੁਣ ਜਿਨ੍ਹਾਂ ਨੂੰ ਅੱਧਾ ਭਰਿਆ ਲੱਗ ਰਿਹਾ ਕਹਿੰਦੇ ਮਤਲਬ ਕਿ ਉਹ ਪੋਜ਼ਿਟਿਵ ਐਟੀਟਿਊਡ ਵਾਲੇ ਨੇ, ਜਿਨ੍ਹਾਂ ਨੂੰ ਖਾਲੀ ਲੱਗ ਰਿਹਾ ਉਹ ਨੈਗੇਟਿਵ ਵਾਲੇ ਨੇ। ਵੈਸੇ ਆਪਣਾ ਪ੍ਰੋਗਰਾਮ ਲੰਮਾ ਹੋ ਜਾਂਦਾ। ਕੱਲ ਨਾ ਮੈਂ ਇੱਕ ਕੁੜੀ ਮਤਲਬ ਅੰਮ੍ਰਿਤਧਾਰੀ ਕੁੜੀ ਸੀਗੀ, ਉਹਦੀ ਕਿਸੇ ਨੇ ਕਲਿੱਪ ਜਿਹਾ ਪਾਇਆ ਹੋਇਆ ਸੀਗਾ ਵੀ ਉਹਨਾਂ ਕੋਲ ਇੱਕੋ ਕਮਰਾ ਸੀਗਾ, ਹਨਾ। ਛੱਤ ਮਤਲਬ ਉਹਦੀ ਛੱਤ ਇੰਨੀ ਜ਼ਿਆਦਾ ਚੌਂਦੀ ਸੀ, ਉਹ ਕਹਿੰਦੀ ਵੀ ਬਹੁਤ ਦਿਨ ਕਈ ਵਾਰੀ ਅਸੀਂ ਰੋਟੀ ਵੀ ਨਹੀਂ ਸੀ ਬਣਾ ਸਕਦੇ ਮੀਂਹ 'ਚ, ਹਨਾ। ਤੇ ਸਾਨੂੰ ਸਾਡੇ ਪਾਪਾ ਰਾਤ ਨੂੰ ਸੌਣ ਨਹੀਂ ਸੀ ਦਿੰਦੇ ਵੀ ਤੁਸੀਂ ਸੌਇਓ ਨਾ, ਕੀ ਪਤਾ ਕਮਰਾ ਕਿਸ ਟਾਈਮ ਡਿੱਗ ਜਾਵੇ, ਹਨਾ। ਤੇ ਉਹ ਮਤਲਬ ਦੱਸ ਰਹੀ ਸੀ ਆਪਣੀ ਮੁਸੀਬਤ, ਹਨਾ। ਨਾਲ ਦੀ ਨਾਲ ਉਹ ਇਹ ਵੀ ਕਹਿੰਦੀ ਸੀ ਵੀ ਹੁਣ ਸਾਡੇ ਕੋਲ ਇੱਕ ਕਮਰਾ ਤੇ ਸਾਨੂੰ ਐਂ ਲੱਗਦਾ ਵੀ ਸਾਨੂੰ ਪੂਰੀ ਦੁਨੀਆ ਮਿਲ ਗਈ। ਉਹ ਕਿਸੇ ਮਤਲਬ ਏਦਾਂ ਕਿਸੇ ਸੁਸਾਇਟੀ ਨੇ ਉਹਨਾਂ ਨੂੰ ਪਾ ਕੇ ਦਿੱਤਾ। ਤੇ ਕਹਿੰਦੀ ਵੀ ਇੱਕ ਵਾਰੀ ਬਹੁਤ ਜ਼ਿਆਦਾ ਮੀਂਹ ਪਿਆ ਤੇ ਸਾਡੇ ਘਰ ਦੇ ਨਾਲ ਇੱਕ ਦਰਖਤ ਸੀ, ਉਹ ਸਾਡੇ ਘਰ ਤੇ ਡਿੱਗਿਆ ਆ ਕੇ, ਵੀ ਮਤਲਬ ਸਾਡਾ ਬਚਾਅ ਹੋ ਗਿਆ, ਵੀ ਸਾਨੂੰ ਕੁਛ ਨਹੀਂ ਹੋਇਆ। ਕਹਿੰਦੀ ਉਸ ਦਿਨ ਮੈਂ ਰਾਤ ਨੂੰ ਅਰਦਾਸ ਕੀਤੀ ਵੀ ਸਾਡੇ ਵਰਗੇ ਘਰ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨੇ, ਵੀ ਕਿਸੇ ਹੋਰ ਤੇ ਨਾ ਐਵੇਂ ਕੁਛ ਡਿੱਗੇ, ਹਨਾ। ਵੀ ਉਹ ਸੀਗੀ ਵੀ ਬੰਦਾ ਸੋਚਦਾ ਕੀ ਆ। ਹੁਣ ਜਿਹੜਾ ਬੰਦਾ ਆਪਣੇ ਦੁੱਖ 'ਚ ਬੈਠਾ ਵੀ ਸਰਬੱਤ ਦਾ ਭਲਾ ਮੰਗਦਾ, ਇਹ ਸੋਚਦਾ ਵੀ ਰੱਬਾ ਕਿਸੇ ਹੋਰ ਸਾਡੇ ਵਰਗੀ ਤਕਲੀਫ ਕਿਸੇ ਹੋਰ ਨੂੰ ਨਾ ਦਈ, ਰੱਬ ਨੇ ਉਹਨੂੰ ਕੀ ਦਿੱਤਾ, ਥੋੜੇ ਦਿਨਾਂ 'ਚ ਉਹਦੀ ਉਹ ਛੱਤ ਦੀ ਮਤਲਬ ਇੱਕ ਟੈਨਸ਼ਨ ਉਹਨੇ ਦੂਰ ਕੀਤੀ, ਜਿਹਦੇ ਕਰਕੇ ਉਹਨਾਂ ਨੂੰ ਰਾਤ ਨੂੰ ਸੌਣਾ ਵੀ ਨਹੀਂ ਸੀ ਮਿਲਦਾ, ਹਨਾ। ਤੇ ਜੇ ਉਹੀ ਬੱਚਾ ਰੱਬ ਨੂੰ, ਮਤਲਬ ਅਸੀਂ ਕਈ ਵਾਰੀ ਰੱਬ ਨੂੰ ਵੀ ਗਾਲਾਂ ਕੱਢਦੇ ਆ ਇਹ ਗੱਲਾਂ ਸੋਚ ਸੋਚ ਕੇ, ਤੂੰ ਮੇਰੇ ਨਾਲ ਐਂ ਕਰਤਾ, ਤੂੰ ਮੇਰੇ ਨਾਲ ਐਂ ਕਰਤਾ।
ਮੇਰੇ ਕਹਿਣ ਤੇ ਨਾ ਪਹਿਲਾਂ ਹੀ ਕਿ ਹੋ ਸਕਦਾ ਉਹ ਤਾਂ ਤੁਹਾਨੂੰ ਇੱਕ ਰੋਟੀ ਵੀ ਨਾ ਦਵੇ, ਤੁਸੀਂ ਕਿਹੜੀ ਉਹਦੀ ਲੱਤ ਭੰਨ ਲਓਗੇ ਜਾ ਕੇ, ਹਨਾ। ਵੀ ਜੋ ਦਿੱਤਾ ਕਮ ਸੇ ਕਮ ਉਹਨੂੰ ਤਾਂ ਮਾਣ ਲਓ। ਹੁਣ ਜੇ ਕਿਸੇ ਦੇ ਘਰੇ ਡਰਮ ਕਣਕ ਦਾ ਭਰਿਆ ਪਿਆ, ਉਹਨੇ ਇੱਕ ਦਿਨ 'ਚ ਹੀ ਥੋੜੀ ਖਾ ਜਾਣਾ, ਖਾਣੀ ਤਾਂ ਉਹਨੇ ਰੋਜ਼ 2 ਜਾਂ 3 ਰੋਟੀਆਂ ਹੀ ਨੇ। ਤੇ ਕਿਸੇ ਦੇ ਲੋਕਰ ਪੈਸਿਆਂ ਦਾ ਭਰਿਆ ਪਿਆ, ਉਹਨੂੰ ਵੀ ਨਹੀਂ ਉਹ ਖਰਚਣ ਜਾਂਦਾ ਹੈਗਾ, ਉਹ ਵੀ ਉਹਨੂੰ ਜਿੰਨੀ ਲੋੜ ਆ ਤਾਂ ਹੀ ਖਰਚਦਾ, ਹਨਾ। ਤੇ ਏਦਾਂ ਹੀ ਆ ਕਿ ਜ਼ਿੰਦਗੀ 'ਚ ਜੋ ਮਿਲਿਆ ਜੇ ਤਾਂ ਉਹਨੂੰ ਮੰਨਣਾ ਤਾਂ ਫਿਰ ਸਿਰਫ ਉਹਨੂੰ ਦੇਖੋ, ਤੇ ਜੋ ਨਹੀਂ ਮਿਲਿਆ ਜੇ ਸਿਰਫ ਉਹਨੂੰ ਦੇਖੋਗੇ ਫਿਰ ਅੱਗੇ ਵੀ ਕੁਝ ਨਹੀਂ ਫਿਰ ਮਿਲਦਾ। ਉਹੀ ਹੈ ਨਾ ਵੀ ਇਹ ਕਹਾਵਤ ਹੁਣ ਸਾਨੂੰ ਉਲਟ ਚੱਲਣੀ ਚਾਹੀਦੀ ਆ ਕਿ ਜਿਵੇਂ ਆਪਾਂ ਕਹਿੰਦੇ ਕਿ ਸਾਈਕਲ ਵਾਲਾ ਸਕੂਟਰ ਵੱਲ ਦੇਖਦਾ, ਸਕੂਟਰ ਵਾਲਾ ਕਾਰ ਵੱਲ ਦੇਖਦਾ, ਕਾਰ ਵਾਲਾ ਆਪ ਤੋਂ ਵੱਡੀ ਕਾਰ ਵਾਲੇ ਵੱਲ ਦੇਖਦਾ ਆ, ਹਨਾ। ਮੈਨੂੰ ਲੱਗਦਾ ਇਹ ਰਿਵਰਸ 'ਚ ਹੋਣੀਆਂ ਚਾਹੀਦੀਆਂ ਨੇ। ਚਾਹੀਦਾ, ਸਹੀ ਗੱਲ। ਜੇ ਤੁਸੀਂ ਲਾਈਫ 'ਚ ਸ਼ੁਕਰਾਨਾ ਕਰਨਾ ਸਿੱਖਣਾ ਵਾ, ਜਾਂ ਫਿਰ ਤੁਸੀਂ ਜ਼ਿੰਦਗੀ 'ਚ ਇਹ ਸਿੱਖਣਾ ਕਿ ਯਾਰ ਮੇਰੀ ਜ਼ਿੰਦਗੀ ਕਿੰਨੀ ਚੰਗੀ ਆ, ਹਨਾ। ਤਾਂ ਤੁਸੀਂ ਦੇਖੋ ਕਿ ਮੇਰੇ ਕੋਲੇ ਇੰਨੇ ਵਾਲੀ ਕਾਰ ਆ, ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਇਹ ਨਹੀਂ ਹੈਗੀ, ਹਨਾ। ਜੇ ਤੁਸੀਂ ਉਦੋਂ ਛੋਟੀ ਕਾਰ 'ਚ, ਤਾਂ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਯਾਰ ਕਿੰਨੇ ਲੋਕ ਨੇ ਜਿਹੜੇ ਤਪਦੀ ਗਰਮੀ 'ਚ ਸਕੂਟਰ ਮੋਟਰਸਾਈਕਲ ਤੇ ਸਫ਼ਰ ਕਰਦੇ ਨੇ ਕਿੰਨੇ ਕਿਲੋਮੀਟਰ। ਤਾਂ ਘੱਟੋ ਘੱਟ ਮੇਰੇ ਤੇ ਇੰਨੀ ਕਿਰਪਾ ਹੋਈ ਆ, ਜਾਂ ਮੈਂ ਇੰਨੀ ਕੁ ਕਾਬਲੀਅਤ ਵਾਲਾ ਹੈਗਾ ਕਿ ਮੈਂ ਅਫੋਰਡ ਕਰ ਸਕਦਾ ਕਿ ਮੈਂ ਕਾਰ ਲੈ ਲਾਂ, ਤਾਂ ਮੈਂ ਏਸੀ ਚਲਾ ਕੇ ਉਹਦੇ 'ਚ ਆਪਣਾ ਸਫ਼ਰ ਕਰ ਸਕਦਾ ਹਾਂ, ਹਨਾ। ਮੈਨੂੰ ਲੱਗਦਾ ਕਿ ਆਪਾਂ ਨੂੰ ਹਮੇਸ਼ਾ ਇਹੀ ਕਹਾਵਤ ਸਿਖਾਈ ਜਾਂਦੀ ਆ, ਜਾਂ ਮਤਲਬ ਲੋਕਾਂ ਦੀ ਸਾਈਕੋਲੋਜੀ ਆਪਾਂ ਨੂੰ ਇਹੀ ਕਹਾਵਤ ਦੇ ਜ਼ਰੀਏ ਸਮਝਾਈ ਜਾਂਦੀ ਹੈ ਕਿ ਸੈਟਿਸਫੈਕਸ਼ਨ ਆਪਣੀ ਕਦੇ ਵੀ ਨਹੀਂ ਪੂਰੀ ਹੁੰਦੀ ਹੈਗੀ, ਆਪਾਂ ਹਮੇਸ਼ਾ ਵੱਡੀ ਚੀਜ਼ ਵੱਲ ਹੀ ਦੇਖਦੇ ਹਾਂ। ਤਾਂ ਮੈਨੂੰ ਲੱਗਦਾ ਕਿ ਜੇ ਤੁਸੀਂ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਜਿਉਣਾ, ਤਾਂ ਇਸ ਕਹਾਵਤ ਨੂੰ ਰਿਵਰਸ ਦੇਖੋ, ਹਨਾ। ਆਪਣੇ ਤੋਂ ਘੱਟ ਵਾਲੇ ਵੱਲ ਦੇਖੋ ਕਿ ਉਹ ਮੇਰੇ ਤੋਂ ਘੱਟ ਚੀਜ਼ਾਂ 'ਚ ਗੁਜ਼ਾਰਾ ਕਰ ਰਿਹਾ, ਤਾਂ ਸ਼ੁਕਰਾਨਾ ਕਿ ਮੇਰੇ ਕੋਲੇ ਇੰਨੀਆਂ ਚੀਜ਼ਾਂ ਤਾਂ ਹੈਗੀਆਂ ਨੇ, ਹਨਾ, ਇਸ ਟਾਈਮ ਜਿਹੜੀਆਂ ਬਹੁਤ ਸਾਰੇ ਲੋਕਾਂ ਕੋਲੇ ਦੁਨੀਆ ਤੇ ਨਹੀਂ ਵੀ ਹੈਗੀਆਂ, ਬਿਲਕੁਲ, ਬਜਾਏ ਇਸ ਦੇ ਕਿ ਮੇਰੇ ਕੋਲੇ ਆ ਨਹੀਂ ਹੈਗਾ ਹਲੇ। ਸਹੀ ਗੱਲ ਹੈ। ਸੋ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ, ਤੇ ਅੱਜ ਦਾ ਪ੍ਰੋਗਰਾਮ ਐਪੀਸੋਡ ਬਸ ਇਹੀ ਸੀਗਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜਿਹੋ ਜਿਹਾ ਸੋਚੋਗੇ ਤਾਂ ਉਹੀ ਤੁਹਾਡੀ ਜ਼ਿੰਦਗੀ ਬਣਦੀ ਜਾਂਦੀ ਹੈ। ਇਹ ਹੁਣ ਤੁਸੀਂ ਤੈਅ ਕਰਨਾ ਕਿ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਨੈਗੇਟਿਵਿਟੀ ਲੱਭਣੀ ਹੈ ਜਾਂ ਫਿਰ ਤੁਸੀਂ ਪੋਜ਼ਿਟਿਵਿਟੀ ਲੱਭਣੀ ਆ। ਸੋ ਅੱਜ ਦੇ ਐਪੀਸੋਡ 'ਚ ਮੈਂ ਗੁਰਦੀਪ ਤੇ ਭੈਣ ਰੁਪਿੰਦਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।